ਜਦੋਂ ਵੀਰ ਭਗਤ ਸਿੰਘ ਸੂਰੇ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ, ਸਿਰ ਧਰ ਤਲੀ ਤੇ ਤੁਰ ਪਿਆ। ਉਹਨੂੰ ਪ੍ਰੇਮ ਖੇਲਣ ਦਾ ਚਾਅ, ਉਹਨੂੰ ਪ੍ਰੇਮ ਖੇਲਣ ਦਾ ਚਾਅ। ਅਸਾਂ ਰਹਿਮ ਨਾ ਜ਼ੁਲਮ ਤੋਂ ਮੰਗਣਾ, ਅਸਾਂ ਰਹਿਮ ਨਾ, ਅਸਾਂ ਰਹਿਮ ਨਾ ਜ਼ੁਲਮ ਤੋਂ ਮੰਗਣਾ। ਬੰਦ ਬੰਦ ਕੱਟ ਜਾਵਣਾ, ਅਸਾਂ ਰਹਿਮ ਨਾ, ਅਸਾਂ ਰਹਿਮ ਨਾ। ਅਸਾਂ ਮੌਤ ਨੂੰ ਗਲੇ ਹੈ ਲਾਇਆ, ਅਸਾਂ ਮੌਤ ਨੂੰ, ਅਸਾਂ ਮੌਤ ਨੂੰ ਗਲੇ ਹੈ ਲਾਇਆ। ਕਿ ਕੌਮ ਵਿੱਚ ਜਾਨ ਪੈ ਜਾਏ ਜਿੰਦੇ ਮੇਰੀਏ, ਕਿ ਕੌਮ ਵਿੱਚ ਜਾਨ ਪੈ ਜਾਏ ਜਿੰਦੇ ਮੇਰੀਏ, ਜਿੰਦੇ ਮੇਰੀਏ ਹੋ, ਜਿੰਦੇ ਮੇਰੀਏ, ਜਿੰਦੇ ਮੇਰੀਏ, ਜਿੰਦੇ ਮੇਰੀਏ। ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਖਰਾਬ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਬਾਕੀ ਦੋਸਤੋ, ਦੁਨੀਆ ਬਹੁਤ ਛੋਟੀ ਹੋ ਗਈ, ਮਤਲਬ ਇਸ ਨਿਵੇਕਲੇ ਤਰੀਕੇ ਨਾਲ, ਇਸ ਅਨੋਖੇ ਤਰੀਕੇ ਨਾਲ, ਇਸ ਯੂਨੀਕ ਤਰੀਕੇ ਨਾਲ ਅਸੀਂ ਅੱਜ ਆਪਾਂ ਮਿਲ ਰਹੇ ਹਾਂ। ਪਾਤਰ ਸਾਹਿਬ ਦੀਆਂ ਲਾਈਨਾਂ ਦਾ ਜ਼ਿਕਰ ਮੈਂ ਇਸ ਲਈ ਕੀਤਾ ਕਿਉਂਕਿ ਇਹਨਾਂ ਦੇ ਬੜੇ ਗਹਿਰੇ ਅਰਥ। ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਬਣੇ ਬਣਾਏ ਟਰਰੇ ਤੇ ਸਾਰੀ ਆਪਣੀ ਜ਼ਿੰਦਗੀ ਕੱਟ ਦਿੰਦੇ ਨੇ। ਉਹਨਾਂ ਲਈ ਕਿਹੜੇ ਸ਼ਬਦ ਇੰਪੋਰਟੈਂਟ ਹੁੰਦੇ ਨੇ? ਕਾਮਯਾਬੀ, ਵੱਡਾ ਘਰ, ਵੱਡੀ ਗੱਡੀ, ਬਹੁਤ ਸਾਰਾ ਪੈਸਾ। ਪਰ ਹਜ਼ੂਰ ਇੱਥੇ ਜ਼ਿੰਦਗੀ ਖਤਮ ਨਹੀਂ ਹੁੰਦੀ। ਇਸ ਤੋਂ ਇਲਾਵਾ ਵੀ ਕੁਝ ਸ਼ਬਦ ਹੈਗੇ ਨੇ। ਪੈਸ਼ਨ, ਜਨੂਨ, ਖੋਜ ਕਰਨਾ, ਕੁਛ ਨਵਾਂ ਖੋਜਣਾ, ਜ਼ਿੰਦਗੀ ਦੇ ਨਵੇਂ ਮਤਲਬ ਕੱਢਣਾ, ਜ਼ਿੰਦਗੀ ਨਾਲ ਰਾਬਤਾ ਕਰਨਾ, ਜੋ ਗਲਤ ਹੈ ਉਹਦਾ ਵਿਰੋਧ ਕਰਨਾ। ਤੇ ਐਸੇ ਜਿਹੜੇ ਸਰਲੱਥ ਯੋਧੇ ਹੁੰਦੇ ਨੇ ਉਹਨਾਂ ਨੂੰ ਅਸੀਂ ਰੰਗ ਕਰਮੀ ਕਹਿੰਦੇ। ਸੋ ਸਾਰੇ ਦੋਸਤਾਂ ਦਾ, ਸਾਰੇ ਰੰਗ ਕਰਮੀਆਂ ਦਾ ਬਹੁਤ ਬਹੁਤ ਸਵਾਗਤ ਹੈ। ਇਸ ਨਿਵੇਕਲੇ ਮੰਚ ਤੇ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਹੈ ਅਸੀਂ। ਬਹੁਤ ਸਾਲ ਪਹਿਲਾਂ ਮੈਨੂੰ ਯਾਦ ਹੈ ਕਾਲਜ ਟਾਈਮ ਦੇ ਵਿੱਚ ਮੈਂ ਇੱਕ ਸਾਡਾ ਇੰਗਲਿਸ਼ ਦਾ ਚੈਪਟਰ ਹੁੰਦਾ ਸੀ, The fun they had। ਇਹ ਅਰਾਊਂਡ 90 ਦੇ ਆਸ-ਪਾਸ ਦੀ ਗੱਲ ਹੈ। ਉਦੋਂ ਬੱਚੇ ਡਿਸਕਸ ਕਰਦੇ ਆ 2025-2030 ਦੇ ਬੱਚੇ ਕਿ ਅੱਜ ਅਸੀਂ ਜਿੱਦਾਂ ਕਿਤਾਬਾਂ ਪੜ੍ਹ ਰਹੇ ਹਾਂ ਨਾ ਕੰਪਿਊਟਰ ਦੇ ਉੱਤੇ, ਕਿਤਾਬਾਂ ਹਮੇਸ਼ਾ ਏਦਾਂ ਨਹੀਂ ਸੀਗੀਆਂ। ਕਿਤਾਬਾਂ ਵਾਕਈ ਉਹਨਾਂ ਦਾ ਇੱਕ ਠੋਸ ਰੂਪ ਹੁੰਦਾ ਸੀ। ਉਹ ਇਹ ਸੋਚ ਕੇ ਬੜੇ ਰੋਮਾਂਚਿਤ ਹੁੰਦੇ ਨੇ। ਉਦੋਂ ਜਦੋਂ ਅਸੀਂ ਇਹ ਚੈਪਟਰ ਪੜ੍ਹਿਆ ਤੇ ਉਦੋਂ ਲੱਗਦਾ ਸੀ ਕਿ ਏਦਾਂ ਵੀ ਕਦੀ ਹੋਏਗਾ। ਤੇ ਵਾਕਈ ਕੁਝ ਨਹੀਂ ਪਤਾ ਜ਼ਿੰਦਗੀ ਦਾ। ਲਾਈਫ ਐਨੀ ਅਨਪ੍ਰੈਡਿਕਟੇਬਲ ਹੈ ਕਿ ਅਗਲੇ ਮੋਮੈਂਟ ਕੀ ਹੋਣਾ ਸਾਨੂੰ ਨਹੀਂ ਪਤਾ। ਤੇ ਉਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਅੱਜ ਅਸੀਂ ਇਸ ਮੰਚ ਦੇ ਜ਼ਰੀਏ ਲੋਕਾਂ ਨਾਲ ਜੁੜ ਰਹੇ ਹਾਂ, ਕਿਉਂਕਿ ਥੀਏਟਰ ਨੂੰ ਜ਼ਿੰਦਾ ਰੱਖਣਾ ਹੈ, ਉਸ ਜਜ਼ਬੇ ਨੂੰ ਜ਼ਿੰਦਾ ਰੱਖਣਾ ਹੈ। ਤੇ ਅੱਜ ਦੀ ਸਾਡੀ ਪੇਸ਼ਕਾਰੀ ਦੇ ਕੁਝ ਬੜੇ ਅਹਿਮ ਹਿੱਸੇ ਨੇ। ਸਾਡਾ ਸਭ ਤੋਂ ਪਹਿਲਾ ਸੈਗਮੈਂਟ ਹੋਏਗਾ ਸੁਨਹਿਰੇ ਬੋਲ। ਤੇ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਬਹੁਤ ਹੀ ਅਜ਼ੀਜ਼, ਬਹੁਤ ਹੀ ਸਤਿਕਾਰਿਤ, ਬਹੁਤ ਹੀ ਸਨਮਾਨਿਤ ਡਾਕਟਰ ਆਤਮਜੀਤ ਸਿੰਘ ਜੀ, ਜਿਹੜੇ ਕਿਸੇ ਜਾਣਕਾਰੀ ਦੇ ਮੁਤਾਜ ਨਹੀਂ, ਬਹੁਤ ਵੱਡੇ ਲੇਖਕ, ਬਹੁਤ ਵੱਡੇ ਡਾਇਰੈਕਟਰ, ਬਹੁਤ ਵੱਡੇ ਥਿੰਕਰ। ਤੇ ਆਓ ਸੁਣਦੇ ਹਾਂ ਫਿਰ ਅਸੀਂ ਡਾਕਟਰ ਆਤਮਜੀਤ ਸਿੰਘ ਹੁਣਾਂ ਦੇ ਸੁਨਹਿਰੇ ਬੋਲ, ਤੇ ਉਸ ਤੋਂ ਬਾਅਦ ਇਹ ਸਿਲਸਿਲਾ ਅੱਗੇ ਲੈ ਕੇ ਜਾਵਾਂਗੇ।
ਅੱਜ ਬੋਹੇਮੀਅਨਸ ਵੱਲੋਂ ਇੱਕ ਨਵੀਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੋਹੇਮੀਅਨਸ ਦਾ ਅਰਥ ਹੀ ਇਹ ਹੁੰਦਾ ਹੈ ਅਨਕਨਵੈਨਸ਼ਨਲ ਹੋਣਾ, ਉਸ ਤਰ੍ਹਾਂ ਦੇ ਹੋਣਾ ਜਿਸ ਤਰ੍ਹਾਂ ਦੀ ਦੁਨੀਆ ਨਹੀਂ ਹੈ, ਆਮ ਦੁਨੀਆ ਨਹੀਂ ਹੈ, ਇੱਕ ਵੱਖਰਾ ਜਿਹਾ ਕੰਮ ਕਰਨਾ। ਔਰ ਆਰਟਿਸਟ ਔਰ ਸਾਹਿਤਕਾਰ ਕਿਸੇ ਹੱਦ ਤੱਕ ਬੋਹੇਮੀਅਨਸ ਹੁੰਦੇ ਨੇ, ਪਰ ਮੈਨੂੰ ਇੱਦਾਂ ਲੱਗਦਾ ਕਿ ਅਸੀਂ ਜਿਸ ਵਕਤ ਦੇ ਵਿੱਚ ਪਹੁੰਚ ਗਏ ਹਾਂ, ਜਿਸ ਤਰ੍ਹਾਂ ਦਾ ਸਾਨੂੰ ਇਸ ਵੇਲੇ ਹਾਲਾਤ ਮਿਲੇ ਹੋਏ ਨੇ, ਇਹਦੇ ਵਿੱਚ ਤਾਂ ਅਨਕਨਵੈਨਸ਼ਨਲ ਹੋਣ ਦੀ ਔਰ ਅਨਕਨਵੈਨਸ਼ਨਲ ਹੋ ਕੇ ਆਪਣੇ ਆਪ ਨੂੰ ਜ਼ਿੰਦਗੀ ਨਾਲ ਜੋੜੀ ਰੱਖਣ ਦੀ ਲੋੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋ ਗਈ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਬੋਹੇਮੀਅਨਸ ਔਰ ਗੁਰਵਿੰਦਰ, ਜੋ ਕਿ ਮੇਰੇ ਨਾਲ ਜ਼ਿੰਦਗੀ ਦੇ ਕਿਸੇ ਪੜਾਅ ਤੇ ਥੋੜਾ ਬਹੁਤ ਜੁੜਿਆ ਰਿਹਾ, ਇਸ ਕੋਸ਼ਿਸ਼ ਦਾ ਇੱਕ ਬੜਾ ਵੱਡਾ ਹਿੱਸਾ ਰਹੇ। ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਪਹਿਲਾਂ ਦੇ ਜਿਹੜੇ ਆਪਣੇ ਕੰਮ ਕਰ ਰਿਹਾ ਹੁਣ ਤੱਕ ਹੋਰ ਵੀ ਉਹਨਾਂ ਵਾਂਗ ਇਹਦੇ ਵਿੱਚ ਵੀ ਬਹੁਤ ਸਫਲ ਹੋਵੇਗਾ। ਭਾਵੇਂ ਠੀਕ ਹੈ ਕਿ ਫਿਜ਼ੀਕਲ ਥੀਏਟਰ ਦਾ ਔਰ ਜਿਹੜੀ ਤੁਹਾਡੀ ਫਿਜ਼ੀਕਲ ਪ੍ਰੈਜ਼ੈਂਸ ਹੈ, ਕਿਤੇ ਪਹੁੰਚ ਕੇ ਦੇਖਣਾ ਔਰ ਕਿਸੇ ਬੰਦੇ ਨੂੰ ਆਪਣੇ ਸਾਹਮਣੇ ਨਾਟਕ ਕਰਦਿਆਂ ਦੇਖਣਾ ਔਰ ਬਹੁਤ ਨੇੜੇ ਹੋ ਕੇ ਦੇਖਣਾ, ਉਹ ਇੱਕ ਆਪਣਾ ਪ੍ਰਭਾਵ ਹੈ, ਉਸ ਦਾ ਕੋਈ ਮੁਕਾਬਲਾ ਸ਼ਾਇਦ ਕਦੀ ਵੀ ਨਹੀਂ ਕੀਤਾ ਜਾ ਸਕੇਗਾ। ਪਰ ਜਦੋਂ ਅਸੀਂ ਕੁਝ ਵੀ ਨਾ ਕਰ ਸਕਦੇ ਹੋਈਏ, ਜਦੋਂ ਸਾਡੀ ਬੇਬਸੀ ਹੋਵੇ, ਜਦੋਂ ਕੁਦਰਤ ਨੇ ਸਾਨੂੰ ਇੱਕ ਐਸੀ ਸਥਿਤੀ ਵਿੱਚ, ਹਾਲਾਤ ਵਿੱਚ ਪਹੁੰਚਾ ਦਿੱਤਾ ਹੋਵੇ ਜਿੱਥੇ ਅਸੀਂ ਬੇਬਸ ਹੋ ਕੇ ਰਹਿ ਜਾਈਏ, ਉੱਥੇ ਬੋਹੇਮੀਅਨਸ ਨੇ ਔਰ ਥੀਏਟਰ ਨੇ ਸਾਨੂੰ ਇੱਕੋ ਗੱਲ ਦੱਸੀ ਹੈ ਕਿ ਅਸੀਂ ਫਿਰ ਵੀ ਹਾਰ ਨਹੀਂ ਮੰਨਣੀ, ਅਸੀਂ ਹਾਰੇ ਨਹੀਂ ਹਾਂ। ਇਹ ਜਿੰਦਾ ਰਹਿਣ ਦਾ, ਆਪਣੇ ਆਪ ਨੂੰ ਜਾਰੀ ਰੱਖਣ ਦਾ, ਇੱਕ ਆਸਵੰਦ ਹੋਣ ਦਾ, ਬਾਉਂਸ ਬੈਕ ਕਰਨ ਦਾ, ਇਹ ਸੋਚਣ ਦਾ ਵੇਲਾ ਹੈ ਕਿ ਅਸੀਂ ਇਹਦੇ ਵਿੱਚੋਂ ਨਿਕਲ ਜਾਵਾਂਗੇ ਤੇ ਫਿਰ ਆਪਣੀ ਐਕਟੀਵਿਟੀ ਨਾਲ ਜੁੜ ਜਾਵਾਂਗੇ। ਜਦ ਤੱਕ ਨਹੀਂ ਜੁੜਦੇ, ਉਦੋਂ ਤੱਕ ਲਈ ਇਸ ਤੋਂ ਅੱਛਾ ਤਰੀਕਾ ਕੋਈ ਨਹੀਂ ਹੋ ਸਕਦਾ ਕਿ ਅਸੀਂ ਆਪਣੀ ਥੀਏਟ੍ਰਿਕਲ ਗਤੀਵਿਧੀ ਨੂੰ ਆਨਲਾਈਨ ਕਿਸੇ ਨਾ ਕਿਸੇ ਤਰੀਕੇ ਜਾਰੀ ਰੱਖੀਏ। ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਐਕਟੀਵਿਟੀ ਦੇ ਵਿੱਚ ਅੱਜ ਪਹਿਲੇ ਦਿਨ ਡਾਕਟਰ ਸਾਹਿਬ ਸਿੰਘ ਵਰਗਾ, ਮੈਨੂੰ ਪਤਾ ਨਹੀਂ ਮੈਨੂੰ ਨੌਜਵਾਨ ਆਖਾਂ ਕਿ ਨਾ, ਪਰ ਮੇਰੇ ਸਾਹਮਣੇ ਨੌਜਵਾਨ ਹੀ ਹੈ, ਉਹ ਆਪਣਾ ਨਾਟਕ ਕਰ ਰਿਹਾ, ਉਸ ਦੇ ਨਾਲ ਰੂਬਰੂ ਹੋਏਗਾ। ਡਾਕਟਰ ਸਾਹਿਬ ਸਿੰਘ ਨੇ ਪਿਛਲੇ 2-3 ਸਾਲਾਂ ਦੇ ਵਿੱਚ ਬਹੁਤ ਕਮਾਲ ਦਾ ਕੰਮ ਕੀਤਾ ਔਰ ਇੱਕ ਪੱਖੀ ਨਹੀਂ ਹੈ, ਸਰਵ ਪੱਖੀ ਕੰਮ ਕੀਤਾ ਉਸਨੇ। ਮੈਂ ਉਸ ਨੂੰ ਇੱਕ ਆਲੋਚਕ ਦੇ ਤੌਰ ਤੇ, ਇੱਕ ਫਿਲਮ ਸਾਜ਼ ਦੇ ਰੂਪ ਦੇ ਵਿੱਚ, ਇੱਕ ਨਾਟਕਕਾਰ ਦੇ ਤੌਰ ਤੇ, ਨਾਟਕ ਨਿਰਦੇਸ਼ਕ ਦੇ ਤੌਰ ਤੇ ਵਿਕਸਦਾ ਹੋਇਆ ਜਦੋਂ ਦੇਖਦਾ ਤੇ ਮੈਨੂੰ ਬਹੁਤ ਭਾਰੀ ਖੁਸ਼ੀ ਹੁੰਦੀ, ਤਸੱਲੀ ਹੁੰਦੀ ਹੈ ਕਿ ਸਾਡੀ ਅਗਲੀ ਪੀੜ੍ਹੀ ਜਿਹੜੀ ਹੈ ਉਹਦੇ ਕੋਲ ਵੀ ਕੁਝ ਕਰਨ ਲਈ, ਕੁਝ ਦੇਣ ਲਈ, ਕੁਝ ਨਵਾਂ ਸੋਚਣ ਲਈ, ਇੱਕ ਨਵੀਂ ਉਡਾਰੀ ਮਾਰਨ ਲਈ, ਇੱਕ ਨਵੀਂ ਪੁਲਾਂਘ ਪੁੱਟਣ ਲਈ, ਇੱਕ ਨਵਾਂ ਰੰਗ ਦੇਣ ਦੀ ਤਾਕਤ ਵੀ ਹੈ, ਸਮਰੱਥਾ ਵੀ ਹੈ, ਇੱਛਾ ਵੀ ਹੈ ਔਰ ਕੋਸ਼ਿਸ਼ ਵੀ ਹੈ। ਮੈਂ ਉਸ ਨੂੰ ਵੀ ਅੱਜ ਬਹੁਤ ਸਾਰੀਆਂ ਸ਼ੁਭ ਇਛਾਵਾਂ ਦਿੰਦਾ ਜਿਹੜਾ ਉਸਨੇ ਨਾਟਕ ਤੁਹਾਡੇ ਸਾਹਮਣੇ ਹੁਣ ਪੇਸ਼ ਕਰਨਾ। ਔਰ ਨਾਲ ਹੀ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਬੋਹੇਮੀਅਨ ਨੇ, ਜਿਹੜੇ ਸਾਡੇ ਯੰਗਸਟਰਸ ਨੇ, ਨਵੇਂ ਬੱਚੇ ਨੇ, ਨੌਜਵਾਨ ਨੇ, ਜਿਹੜੇ ਥੀਏਟਰ ਵਿੱਚ ਨਵੇਂ ਨੇ, ਉਹਨਾਂ ਨੂੰ ਵੀ ਸਿੱਧੇ ਅਸਿੱਧੇ ਤੌਰ ਤੇ ਸਾਡੇ ਨਾਲ ਜੋੜਿਆ। ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦਾ ਇਹ ਸੈਸ਼ਨ ਹਰ ਤਰ੍ਹਾਂ ਨਾਲ ਕਾਮਯਾਬ ਰਹੇਗਾ। ਮੈਨੂੰ ਇਹ ਆਸ਼ੀਰਵਾਦੀ ਬੋਲ ਬੋਲਦਿਆਂ ਬੜਾ ਚੰਗਾ ਲੱਗ ਰਿਹਾ। ਮੈਂ ਇਹ ਵੀ ਉਮੀਦ ਕਰਦਾ ਕਿ ਜਦੋਂ ਭਲੇ ਵਕਤ ਆ ਜਾਣਗੇ, ਦੁਬਾਰਾ ਸਾਡਾ ਥੀਏਟਰ ਸ਼ੁਰੂ ਹੋ ਜਾਏਗਾ, ਉਦੋਂ ਇਹ ਜਿਹੜੇ ਹੁਣ ਯਤਨ ਅਸੀਂ ਕਰ ਰਹੇ, ਇਹਨਾਂ ਵਿੱਚੋਂ ਕੋਈ ਨਵੀਂ ਸਾਨੂੰ ਇੱਕ ਰਾਹ ਹੋਰ ਵੀ ਮਿਲੇਗਾ, ਅਸੀਂ ਇੱਕ ਨਵੇਂ ਪਾਸੇ ਵੀ ਤੁਰ ਸਕਾਂਗੇ। ਮੈਂ ਇੱਕ ਵਾਰ ਫੇਰ ਬੋਹੇਮੀਅਨਸ ਨੂੰ, ਗੁਰਵਿੰਦਰ ਨੂੰ, ਡਾਕਟਰ ਸਾਹਿਬ ਸਿੰਘ ਨੂੰ, ਉਹਨਾਂ ਦਾ ਇੰਟਰਵਿਊ ਲੈਣ ਵਾਲਿਆਂ ਨੂੰ, ਉਹਨਾਂ ਨੂੰ ਸਵਾਲ ਪੁੱਛਣ ਵਾਲਿਆਂ ਨੂੰ, ਸਾਰਿਆਂ ਨੂੰ ਇੱਕ ਵਾਰ ਫੇਰ ਸ਼ੁਭ ਇੱਛਾਵਾਂ ਦਿੰਦਾ ਹਾਂ ਔਰ ਵਧਾਈਆਂ ਦਿੰਦਾ ਔਰ ਉਮੀਦ ਕਰਦਾ ਕਿ ਥੀਏਟਰ ਦੀ ਸਾਰੀ ਫਰਟਰਨਿਟੀ, ਥੀਏਟਰ ਦੇ ਸਾਰੇ ਲੋਕ, ਰੰਗਮੰਚ ਦੇ ਸਾਰੇ ਲੋਕ ਜੁੜ ਕੇ ਇਸੇ ਤਰ੍ਹਾਂ ਬੈਠਣਗੇ ਔਰ ਨਵੇਂ ਜਜ਼ਬਾਤੇ ਜਿਹੜੇ ਉਹਨਾਂ ਨੂੰ ਛੋਣ ਦੀ ਕੋਸ਼ਿਸ਼ ਕਰਨਗੇ। ਬਹੁਤ ਬਹੁਤ ਸ਼ੁਕਰੀਆ। ਆਓ ਦੇਖੀਏ ਅਗਲਾ ਪ੍ਰੋਗਰਾਮ। जी दोस्तों, वो सुबह कभी तो आएगी, उम्मीद ते दुनिया कायम है। बड़िया कमाल ਦੀਆਂ ਗੱਲਾਂ ਕੀਤੀਆਂ ਡਾਕਟਰ ਸਾਹਿਬ ਨੇ, ਤੇ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਭਲੇ ਵੇਲੇ ਆਉਣਗੇ, ਜ਼ਰੂਰ ਆਉਣਗੇ, ਅਸੀਂ ਲਿਆਵਾਂਗੇ ਉਹਨਾਂ ਨੂੰ। ਤੇ ਸਾਡਾ ਅਗਲਾ ਸਿਲਸਿਲਾ ਹੈ ਜੀ ਰੂਬਰੂ। ਡਾਕਟਰ ਸਾਹਿਬ ਸਿੰਘ ਹੋਣਾ ਬਾਰੇ ਕਾਫੀ ਕੁਝ ਆਤਮਜੀਤ ਸਿੰਘ ਹੋਣਾ ਨੇ ਕਹਿ ਦਿੱਤਾ ਹੈ। ਇੱਕ ਗੱਲ ਮੈਂ ਬਿਲਕੁਲ ਕਲੀਅਰ ਕਰਨੀ ਚਾਹੁੰਦਾ ਇੱਥੇ, ਮੈਂ ਇਸ਼ੂ ਨੂੰ ਸੈਟਲ ਕਰਨਾ ਚਾਹੁੰਦਾ। ਡਾਕਟਰ ਸਾਹਿਬ ਸਿੰਘ
ਇੱਕ ਨੌਜਵਾਨ ਨਿਰਦੇਸ਼ਕ, ਹਾਂ ਇਹਦੇ ਬਾਰੇ ਕਿਸੇ ਨੂੰ ਕੋਈ ਡਾਊਟ ਨਹੀਂ ਹੋਣਾ ਚਾਹੀਦਾ। ਇਹ ਮੈਂ ਅੱਜ ਇਸ਼ੂ ਨੂੰ ਸੈਟਲ ਕਰਤਾ ਹੈ, ਇਸ ਤੋਂ ਬਾਅਦ ਅਸੀਂ ਇਹਦੇ ਬਾਰੇ ਬਹਿਸ ਨਹੀਂ ਕਰਾਂਗੇ। ਖੈਰ, ਡਾਕਟਰ ਸਾਹਿਬ ਸਿੰਘ ਇੱਕ ਐਸੀ ਸ਼ਖਸੀਅਤ ਹੈ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਰੰਗਕਰਮ ਦੇ ਲਿਖ ਲਾਈ ਹੈ, ਥੀਏਟਰ ਦੇ ਲਿਖ ਲਾਈ ਹੈ। ਇੱਕ ਪਹਿਲਾਂ ਇੱਕ ਅਭਿਨੇਤਾ ਦੇ ਤੌਰ ਤੇ, ਫਿਰ ਇੱਕ ਡਾਇਰੈਕਟਰ ਦੇ ਤੌਰ ਤੇ ਕਰੀਬ 150 ਦੇ ਕਰੀਬ ਨਾਟਕਾਂ 'ਚ ਇਹਨਾਂ ਨੇ ਕੰਮ ਕੀਤਾ। 70 ਤੋਂ ਉੱਤੇ ਨਾਟਕ ਇਹਨਾਂ ਨੇ ਡਾਇਰੈਕਟ ਕੀਤੇ ਨੇ ਤੇ 30 ਨਾਟਕ ਇਹਨਾਂ ਨੇ ਲਿਖੇ ਨੇ। ਮੇਰਾ ਵੀ ਸੁਭਾਗ ਰਿਹਾ ਕਿ ਮੈਂ ਇਹਨਾਂ ਨਾਲ ਕੰਮ ਕੀਤਾ। तो फिर ज्यादा इंतजार न करते हुए ਅਸੀਂ ਵੈਲਕਮ ਕਹਿੰਦੇ ਹਾਂ ਜੀ ਸਾਡੇ ਅੱਜ ਦੇ ਗੈਸਟ ਨੂੰ, ਡਾਕਟਰ ਸਾਹਿਬ ਸਿੰਘ। ਹੈਲੋ। ਹਾਂਜੀ ਸਾਹਿਬ ਸਿੰਘ ਜੀ ਜੀ, ਕੀ ਹਾਲ ਚਾਲ ਹੈ? ਹਾਲ ਚਾਲ ਵਧੀਆ, ਬਸ ਬਹੁਤ ਵਧੀਆ। ਕਮਾਲ ਦੀ ਦੁਨੀਆ ਹੋ ਗਈ ਨਾ, ਇੰਨੇ ਸਾਲਾਂ ਬਾਅਦ ਮੁਲਾਕਾਤ ਹੋ ਰਹੀ ਹੋਗੀ ਇਸ ਮੰਚ ਤੇ। ਦੇਖੋ ਮੁਲਾਕਾਤ ਵੀ ਕਿਸ ਤਰ੍ਹਾਂ ਹੋ ਰਹੀ ਹੈ ਕਿ ਸਾਡੀ ਸ਼ਾਮਾਂ ਪਈਆਂ ਹੋਈਆਂ, ਤੁਹਾਡੀ ਸਵੇਰ ਹੈ, ਤੁਸੀਂ ਕੈਨੇਡਾ 'ਚ ਬੈਠੇ ਹੋ, ਅਸੀਂ ਇੰਡੀਆ 'ਚ ਬੈਠੇ ਹਾਂ। ਤੇ ਗੁਰਵਿੰਦਰ ਨੇ ਜੋੜਤਾ ਸਾਨੂੰ ਆਪਸ ਵਿੱਚ, ਕਿਵੇਂ ਨਾ ਕਿਵੇਂ ਲੜੀਆਂ ਸਾਡੀਆਂ ਦੁਬਾਰਾ ਜੋੜ ਦਿੱਤੀਆਂ। ਬੜੀ ਖੁਸ਼ੀ ਹੋ ਰਹੀ ਹੈ। ਬਿਲਕੁਲ ਬਹੁਤ ਅੱਛਾ ਲੱਗ ਰਿਹਾ ਹੈ। ਤੇ ਇਹ ਬਹੁਤ ਛੋਟੀ ਵਾਕਈ ਇਹ ਮੈਂ ਜ਼ਰੂਰ ਥੈਂਕਸ ਕਰਦਾ ਮੈਂ ਦਲਜਿੰਦਰ ਦਾ ਕਿ ਉਹਨਾਂ ਕਿਹਾ ਕਿ ਸਾਰੇ ਸ਼ੱਕ ਮਿਟਾ ਦਿਓ ਤੇ ਸਿਰਫ ਨੌਜਵਾਨ ਨਿਰਦੇਸ਼ਕ ਬਸ। ਕਿਉਂਕਿ ਤੁਸੀਂ ਸਾਡੀ ਜਨਰੇਸ਼ਨ ਦੇ ਹੋ ਨਾ, ਤੇ ਮੈਂ ਇਹਦੇ 'ਚ ਮੇਰਾ ਆਪਣਾ ਵੀ ਸਵਾਰਥ ਸੀ। ਜੀ ਡਾਕਟਰ ਸਾਹਿਬ, ਅਸੀਂ ਸ਼ੁਰੂ ਕਰਦੇ ਹਾਂ ਸ਼ੁਰੂਆਤ ਤੋਂ। ਕਿੱਦਾਂ ਮਤਲਬ ਤੁਹਾਡੇ ਰੰਗਮੰਚ ਦੇ ਸਫ਼ਰ ਦੀ ਸ਼ੁਰੂਆਤ ਕਿੱਦਾਂ ਹੋਈ? ਦਲਜਿੰਦਰ, ਮੈਂ ਚੰਡੀਗੜ੍ਹ ਦੇ ਵਿੱਚ ਨਾ ਆਯੁਰਵੈਦਿਕ ਦੀ ਡਿਗਰੀ ਕਰਨ ਆਇਆ ਸੀ ਪਿੰਡੋਂ, ਤੇ ਆਯੁਰਵੈਦਿਕ ਕਰਦਿਆਂ 1988 ਦੇ ਵਿੱਚ ਇੱਕ ਕੰਪੀਟੀਸ਼ਨ ਸੀ ਪਟਿਆਲੇ ਦੇ ਵਿੱਚ। ਨਾਰਥ ਜ਼ੋਨ ਦੇ ਜਿੰਨੇ ਵੀ ਮੈਡੀਕਲ ਕਾਲਜਿਸ ਸੀ ਉਹਨਾਂ ਦਾ ਇੱਕ ਕੰਪੀਟੀਸ਼ਨ ਸੀ, ਤੇ ਅਸੀਂ ਵੀ 6-7 ਮੁੰਡਿਆਂ ਨੇ ਇਕੱਠੇ ਹੋ ਕੇ ਸੋਚਿਆ ਵੀ ਯਾਰ ਆਪਾਂ ਕੋਈ ਨਾਟਕ ਕਰੀਏ। ਸਾਡੇ ਕੋਲ ਡਾਇਰੈਕਟਰ ਕੋਈ ਹੈ ਨਹੀਂ ਸੀ, ਨਾ ਹੀ ਕਾਲਜ ਵਾਲਿਆਂ ਨੇ ਡਾਇਰੈਕਟਰ ਕੋਈ ਹਾਇਰ ਕੀਤਾ ਸੀ, ਤੇ ਅਸੀਂ ਔਰਤ ਸਾਹਿਬ ਦਾ ਜਿਹੜਾ ਨਾਟਕ ਹੈ ਅਰਬਦ ਨਰਬਦ ਧੁੰਦੂਕਾਰਾ ਜੀ ਸਕ੍ਰਿਪਟ ਸਿਲੈਕਟ ਕੀਤੀ, ਉਹਦੇ ਵਿੱਚ ਆਪ ਹੀ ਰੋਲ ਵੰਡ ਲਏ, ਕੋਈ ਕੁਝ ਬਣ ਗਿਆ, ਕੁਝ ਬਣ ਗਿਆ, ਤੇ ਮੇਰੇ ਹਿੱਸੇ ਆਇਆ ਮਜਨੂ ਦਾ ਰੋਲ। ਅੱਛਾ ਰੋਲ ਤਿਆਰ ਕੀਤਾ, ਤੇ ਅਸੀਂ ਤਿਆਰੀ ਏਦਾਂ ਹੀ ਕਰਦੇ ਸੀ, ਬੜੀ ਇੰਟਰਸਟਿੰਗ ਸੀ। ਵੀ ਡਾਇਰੈਕਟਰ ਕੋਈ ਨਹੀਂ ਸੀ, ਜਿਹੜੇ ਸੀਨ 'ਚ ਜਿਹਦਾ ਰੋਲ ਨਹੀਂ ਸੀ ਹੁੰਦਾ ਉਹ ਸਾਹਮਣੇ ਬਹਿ ਜਾਂਦਾ ਸੀ, ਉਹ ਥੋੜਾ ਬਹੁਤਾ ਦੱਸਦਾ ਰਹਿੰਦਾ ਸੀ, ਯਾਰ ਏਦਾਂ ਖੜ ਜਾਓ, ਥੋੜਾ ਏਦਾਂ ਬੈਠ ਜਾਓ, ਥੋੜਾ ਏਦਾਂ ਬੋਲ ਲਓ, ਇੰਨੀ ਕੁ ਗੱਲ ਸੀ। ਅਸੀਂ ਨਾਟਕ ਤਿਆਰ ਕੀਤਾ, ਪਟਿਆਲੇ ਕੰਪੀਟੀਸ਼ਨ ਹੋਇਆ, ਉੱਥੇ ਬੜੇ ਧਾਕੜ, ਕੁਰੂਕਸ਼ੇਤਰ ਯੂਨੀਵਰਸਿਟੀ, ਹੋਰ ਪਲੇਜ਼ ਆਏ ਹੋਏ ਸੀ, ਤੇ ਕਿਉਂਕਿ ਸਾਡੇ ਕੋਲ ਡਾਇਰੈਕਸ਼ਨ ਹੈ ਨਹੀਂ ਸੀ, ਪਲੇਅ ਦਾ ਤਾਂ ਕੁਝ ਨਹੀਂ ਸੀ ਆਉਣਾ। ਪਰ ਕਮਾਲ ਦੀ ਗੱਲ ਇਹ ਹੋਈ ਕਿ ਉਸ ਕੰਪੀਟੀਸ਼ਨ ਦੇ ਵਿੱਚੋਂ ਮੈਨੂੰ ਬੈਸਟ ਐਕਟਰ ਦਾ ਅਵਾਰਡ ਮਿਲ ਗਿਆ। ਵਾਹ ਜੀ ਵਾਹ, ਅੱਛਾ। ਤੇ ਉੱਥੇ ਜਿਹੜੀਆਂ ਕੋਈ ਥੀਏਟਰ ਦੀਆਂ ਪਰਸਨੈਲਿਟੀਜ਼ ਬੈਠੀਆਂ ਸੀ, ਜਿਹੜੇ ਜਜਮੈਂਟ ਤੇ ਆਏ ਹੋਏ ਸੀ, ਉਦੋਂ ਤਾਂ ਮੈਂ ਕਿਸੇ ਨੂੰ ਜਾਣਦਾ ਨਹੀਂ ਸੀ। ਉਹਨਾਂ ਨੇ ਕਿਹਾ ਕਾਕਾ ਤੂੰ ਡਾਕਟਰ ਬਣੀ, ਜੋ ਮਰਜ਼ੀ ਬਣੀ ਜਾਈਂ, ਉਹ ਸਾਨੂੰ ਨਹੀਂ ਪਤਾ ਕੁਝ ਵੀ, ਪਰ ਆਹ ਜਿਹੜਾ ਟੈਲੈਂਟ ਹੈ ਨਾ ਤੇਰੇ ਅੰਦਰ, ਇਹਨੂੰ ਛੱਡੀ ਨਾ ਕਦੀ, ਤੇਰੇ ਅੰਦਰ ਕਮਾਲ ਦਾ ਟੈਲੈਂਟ ਹੈ। ਬਸ ਉਹ ਫੜਿਆ ਟੈਲੈਂਟ, ਤੇ ਕੁਦਰਤੀ ਉਹਦੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਹੋਈ ਕਿ ਜਦੋਂ ਮੈਂ ਚੰਡੀਗੜ੍ਹ ਵਾਪਸ ਆਇਆ ਤੇ 89 ਦੇ ਵਿੱਚ ਗੁਰਸ਼ਰਨ ਭਾਜੀ ਅੰਮ੍ਰਿਤਸਰ ਤੋਂ ਸ਼ਿਫਟ ਹੋ ਕੇ ਚੰਡੀਗੜ੍ਹ ਆ ਗਏ। ਜੀ ਤੇ ਮੈਂ ਉਹਨਾਂ ਨੂੰ ਜੁਆਇਨ ਕਰ ਗਿਆ। ਇਨ ਬਿਟਵੀਨ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਜਿਹੜਾ ਪੰਜਾਬ ਯੂਨੀਵਰਸਿਟੀ ਵਿੱਚ ਹੈ, ਉੱਥੋਂ ਦਾ ਇੱਕ ਪਾਸ ਆਊਟ ਸੀ ਪ੍ਰਿਤਪਾਲ ਸਿੰਘ ਸੰਧੂ, ਸ਼ਾਇਦ ਤੁਸੀਂ ਜਾਣਦੇ ਜੀ। ਹੁਣ ਤਾਂ ਉਹ ਸਾਡੇ ਦਰਮਿਆਨ ਨਹੀਂ ਰਹੇ, ਡੈਥ ਹੋ ਗਈ ਉਹਨਾਂ ਦੀ। ਨਹੀਂ ਰਹੇ ਮਤਲਬ ਉਹ ਸਾਡੇ ਸੀਨੀਅਰ ਸੀਗੇ, ਕਿਉਂਕਿ ਮੈਂ ਵੀ ਡਿਪਾਰਟਮੈਂਟ ਆਫ ਥੀਏਟਰ ਤੋਂ ਹਾਂ। ਉਹਨਾਂ ਦੀਆਂ ਬੜੀਆਂ ਗੱਲਾਂ ਅਸੀਂ ਸੁਣਦੇ ਹੁੰਦੇ ਸੀ, ਮਤਲਬ ਅਨਫੋਰਚੂਨੇਟ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਨਹੀਂ ਉਹਨਾਂ ਦੇ ਨਾਲ। ਪਰ ਬਹੁਤ ਪੈਸ਼ਨੇਟ ਬੰਦਾ ਸੀ, ਬਹੁਤ ਪੈਸ਼ਨੇਟ ਡਾਇਰੈਕਟਰ ਸੀ। ਉਹਨੇ ਪਲੇ ਇਹ ਪੈਸ਼ਨ ਜਿਹੜਾ ਨਾ, ਇਹੀ ਅਸਲੀ ਚੀਜ਼ ਹੈ। ਇਹ ਬਸ ਪੈਸ਼ਨ ਹੀ ਸਾਨੂੰ ਖਿੱਚੀ ਫਿਰਦਾ ਨਾ, ਘੜੀਸੀ ਫਿਰਦਾ ਨਾ ਸਾਨੂੰ, ਪੈਸ਼ਨ ਜਨੂਨ ਹੀ ਸਾਨੂੰ ਖਿੱਚੀ ਫਿਰਦਾ। ਉਹਨੇ ਪਲੇ ਕੀਤਾ, ਤੋਂ ਇਹ ਰੌਲਾ ਸੀ ਮੰਦਰ ਮਸਜਿਦ ਵਾਲਾ ਰੌਲਾ ਪਿਆ ਸੀ ਜਦੋਂ ਨਾ 1992 ਦੇ ਲਾਗੇ ਛਾਗੇ ਦੀ ਗੱਲ, ਤੇ ਉਹਨੇ ਪਲੇ ਜਿਹੜਾ ਅਸਕਰ ਬਜਾਹਤ ਦਾ ਪਲੇ ਹੈ ਸਬਸੇ ਸਸਤਾ ਗੋਸ਼ਤ, ਉਹ ਉਹਨੇ ਤਿਆਰ ਕੀਤਾ, ਤੇ ਉਹਦੇ ਚ ਮੈਂ ਐਕਟ ਕੀਤਾ। ਉਹ ਅਸੀਂ ਪੂਰੇ ਚੰਡੀਗੜ੍ਹ ਦੇ ਵਿੱਚ, ਉਹਦੇ ਬਹੁਤ ਸਾਰੇ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਦੇ ਵਿੱਚ ਬਹੁਤ ਸਾਰੇ ਨੁੱਕੜ ਨਾਟਕ ਕੀਤੇ, ਤੇ ਇਨ ਦਾ ਮੀਨ ਟਾਈਮ ਮੈਂ ਗੁਰਸ਼ਨ ਭਾਜੀ ਨੂੰ ਜੁਆਇਨ ਕਰ ਗਿਆ। ਬਸ ਫਿਰ ਤੇ ਐਂ ਸੀ ਕਿ ਪਿੱਛੇ ਮੁੜ ਕੇ ਦੇਖਣ ਲਈ ਨਾ ਤਾਂ ਕੋਈ ਸਬੱਬ ਸੀ, ਪਿੱਛੇ ਮੁੜ ਕੇ ਦੇਖਣ ਲਈ ਨਾ ਹੀ ਜੀ ਕਰਦਾ ਸੀ। ਤੇ ਹੌਲੀ ਹੌਲੀ ਮਤਲਬ ਪਹਿਲਾਂ ਤਾਂ ਸ਼ੌਂਕ ਹੀ ਹੁੰਦਾ ਨਾ ਕਿ ਨਾਟਕ ਕਰਾਂਗੇ, ਕੋਈ 4 ਲੋਕ ਤਾੜੀਆਂ ਮਾਰਨਗੇ, ਅਖਬਾਰ 'ਚ ਫੋਟੋ ਆ ਜੂਗੀ। ਫਿਰ ਉਹ ਸ਼ੌਂਕ ਤੋਂ ਹੌਲੀ ਵੱਧਦਾ ਇੱਕ ਇਸ ਤਰ੍ਹਾਂ ਦਾ ਬਣ ਗਿਆ ਕਿ ਮਕਸਦ ਬਣ ਗਿਆ ਜ਼ਿੰਦਗੀ ਦਾ, ਵੀ ਕੁਝ ਹੋਰ ਗੱਲ ਹੈ, ਮਕਸਦ ਮਤਲਬ ਰੇਸ਼ਕ ਬਣ ਗਿਆ। ਤੇ ਹੁਣ ਨਜ਼ਮ ਹੈ ਨਾ ਕਿ ਔਰ ਵੀ ਗਮ ਹੈ ਜ਼ਮਾਨੇ ਮੇਂ ਮੁਹੱਬਤ ਕੇ ਸਿਵਾ। ਹੌਲੀ ਜਦੋਂ ਤੁਸੀਂ ਦੇਖਦੇ ਹੋ ਆਪਣੇ ਆਸੇ ਪਾਸੇ, ਫਿਰ ਤੁਹਾਨੂੰ ਅਹਿਸਾਸ ਹੁੰਦਾ ਹੈ, ਮਹਿਸੂਸ ਹੁੰਦਾ ਹੈ ਕਿ ਸਮਾਜ ਵਿੱਚ ਵੀ ਕਿੰਨਾ ਕੁਝ ਠੀਕ ਕਰਨ ਵਾਲਾ ਹੈ। ਮਤਲਬ ਤੁਸੀਂ
ਡਾਕਟਰ ਸੀਗੇ ਆਯੁਰਵੈਦਿਕ ਸਰੀਰਕ ਬਿਮਾਰੀਆਂ ਦੇ, ਪਰ ਤੁਹਾਨੂੰ ਕਿਤੇ ਨਾ ਕਿਤੇ ਅਹਿਸਾਸ ਹੋਇਆ ਕਿ ਜਿਹੜੀਆਂ ਬਿਮਾਰੀਆਂ ਸਾਡੇ ਸਮਾਜ ਨੂੰ ਚਿੰਬੜੀਆਂ ਨੇ, ਇਹਨਾਂ ਨੂੰ ਵੀ ਦਰੁਸਤ ਕਰਨਾ, ਇਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਬੜਾ ਜ਼ਰੂਰੀ ਹੈ। ਇਹ ਅਹਿਸਾਸ ਕਦੋਂ ਆਇਆ ਕਿ ਥੀਏਟਰ ਇੱਕ ਸੋਸ਼ਲ ਚੇਂਜ ਦਾ ਬਹੁਤ ਵੱਡਾ ਇੰਸਟਰੂਮੈਂਟ ਹੋ ਸਕਦਾ? ਮੈਂ ਇਹ ਕਦੋਂ ਆਇਆ? ਬੜੀ ਇੱਕ ਮੈਂ ਦਿਲਚਸਪ ਘਟਨਾ ਮੈਂ ਤੁਹਾਨੂੰ ਸੰਖੇਪ ਚ ਸੁਣਾਣਾ। ਜੀ। ਗੁਰਸ਼ਰਨ ਭਾਜੀ ਦੇ ਨਾਲ ਜਦੋਂ ਮੈਂ ਪਹਿਲੀ ਵਾਰੀ ਨਾਟਕ ਕਰਨ ਗਿਆ ਤੇ ਜੀ। ਰਾਇਸ ਪਿੰਡ ਹੈ ਬਰਨਾਲਾ ਦੇ ਲਾਗੇ, ਸੰਤ ਰਾਮ ਉਦਾਸੀ ਦਾ ਪਿੰਡ ਹੈ, ਤੇ ਉੱਥੇ ਅੱਛਾ। ਸੰਤ ਰਾਮ ਉਦਾਸੀ ਦਾ ਸ਼ਰਧਾਂਜਲੀ ਸਮਾਗਮ ਸੀ ਤੇ ਭਾਈ ਨੇ ਅੱਛਾ। ਸਾਨੂੰ ਕਿਹਾ ਕਿ ਕਮੀਆਂ ਦਾ ਜਿਹੜਾ ਨਾਟਕ ਤਿਆਰ ਕੀਤਾ ਸੀ ਤੇ ਭਾਈ ਨੇ ਕਿਹਾ ਉੱਥੇ ਕਰਨ ਜਾਣਾ। ਤੇ ਉਦੋਂ ਅਸੀਂ ਜੀ। ਬੱਸ ਵਿੱਚ ਜਾਂਦੇ ਹੁੰਦੇ ਸੀ, ਟਰੈਵਲ ਬੱਸ ਵਿੱਚ ਕਰਦੇ ਹੁੰਦੇ ਸੀ ਟੀਮ ਸਾਰੀ। ਜੀ। ਅਸੀਂ ਇਸ ਜੀ। ਬੱਸ ਵਿੱਚ ਬੈਠੇ, ਬੱਸਾਂ ਚੇਂਜ ਕਰਦੇ ਕਰਦੇ ਜਦੋਂ ਅਸੀਂ ਉਸ ਪਿੰਡ ਦੇ ਵਿੱਚ ਬੱਸ ਤੋਂ ਥੱਲੇ ਉਤਰੇ ਤੇ ਜੀ। ਥੱਲੇ ਉੱਥੇ ਇੰਨੀ ਮਿੱਟੀ ਸੀ ਰਸਤੇ ਦੇ ਵਿੱਚ, ਚਾਰੇ ਪਾਸੇ ਪੂਰੀ ਮਿੱਟੀ ਮਿੱਟੀ ਇਕੱਠੀ ਹੋਈ ਹੋਈ ਸੀ। ਤੇ ਮੈਂ ਜੀ। ਕਿਉਂਕਿ ਮੇਰਾ ਪਿੰਡ 'ਚ ਫਸਟ ਸ਼ੋਅ ਸੀ ਤੇ ਮੈਂ ਬੜਾ ਬਣ ਫੱਬ ਕੇ ਕਾਲੇ ਸ਼ੂਜ਼ ਪਾਲਿਸ਼ ਕਰਕੇ ਚੰਗੀ ਤਰ੍ਹਾਂ ਐਨ ਲਿਸ਼ਕਾ ਕੇ ਆਪਣੇ ਵੱਲੋਂ ਗਿਆ ਹੀਰੋ ਬਣ ਕੇ ਨਾ, ਤੇ ਜੀ। ਜਾ ਰਿਹਾ ਸ਼ੋਅ ਤੇ। ਉਹ ਜਿਵੇਂ ਮੈਂ ਥੱਲੇ ਪੈਰ ਰੱਖਿਆ ਤੇ ਉਹ ਮੇਰਾ ਪੈਰ ਪੂਰਾ ਨਾ ਮਿੱਟੀ ਦੇ ਵਿੱਚ ਧਸ ਗਿਆ। ਮੈਂ ਅੱਛਾ ਜੀ। ਇੱਕਦਮ ਮੂੰਹ 'ਚ ਨਿਕਲਿਆ, ਹਾਲਾਂਕਿ ਮੈਂ ਪਿੰਡਾਂ ਦਾ ਰਹਿਣ ਵਾਲਾ ਸੀ, ਪਤਾ ਸੀ, ਪਰ ਫਿਰ ਵੀ ਮੈਂ ਕਿਹਾ ਇੰਨੀ ਮਿੱਟੀ। ਤੇ ਭਾਜੀ ਜੀ। ਗੁਰਸ਼ਰਨ ਦੇ ਮੂੰਹੋਂ ਇਹ ਬੋਲ ਨਿਕਲੇ, ਕਹਿੰਦੇ ਸਾਹਿਬ ਇਹਨਾਂ ਰਾਹਾਂ ਤੇ ਇੰਨੀ ਮਿੱਟੀ ਹੈ ਤੇ ਜਿੱਥੋਂ ਅਸੀਂ ਚੰਡੀਗੜ੍ਹ ਤੋਂ ਚੱਲੇ ਆਂ ਉੱਥੋਂ ਦੀਆਂ ਸੜਕਾਂ ਲਿਸ਼-ਲਿਸ਼ ਕਰਦੀਆਂ, ਇਸੇ ਕਰਕੇ ਮੈਂ ਥੀਏਟਰ ਕਰ ਰਿਹਾ ਤਾਂ ਕਿ ਇਹ ਸੜਕਾਂ ਇੱਕੋ ਜਿਹੀਆਂ ਹੋ ਜਾਣ। ਉਹ ਗੱਲ ਆਏ ਮੇਰੀ ਹਾਏ। ਉੱਥੇ ਨਾ ਕਿਤੇ ਵੱਸ ਗਈ ਕਿਤੇ ਗੱਲ ਕਿ ਸਾਹਿਬ ਸਿੰਘ ਜੀ। ਜਿਹੜਾ ਤੂੰ ਚਾਰ ਤਾੜੀਆਂ ਲਈ ਤੁਰਿਆ ਸੀ, ਇਹ ਉਹ ਚਾਰ ਤਾੜੀਆਂ ਵਾਲੀ ਗੱਲ ਹੈ ਨਹੀਂ ਗੀ, ਇਹ ਗੱਲ ਕਿਤੇ ਗਾਂਹ ਹੈ ਤੇ ਮੈਨੂੰ ਸਹੀ ਬੰਦਾ ਮਿਲ ਗਿਆ, ਮੈਂ ਸਹੀ ਬੰਦੇ ਨਾਲ ਹੀ ਸ਼ੁਰੂਆਤ ਕੀਤੀ ਹੈ, ਇਸ ਕਰਕੇ ਮਤਲਬ ਮਕਸਦ ਜਿਹੜਾ ਨਾ ਕਲੀਅਰ ਹੋ ਗਿਆ ਇੱਕਦਮ। ਫਿਰ ਉਸ ਤੋਂ ਬਾਅਦ ਜੀ। ਭਾਜੀ ਦੇ ਗੱਡੀ ਦੇ ਵਿੱਚ ਨਾ 2-3 ਬੈਗ ਹਮੇਸ਼ਾ ਕਿਤਾਬਾਂ ਦੇ ਪਾਏ ਹੁੰਦੇ ਸੀ, ਫਿਰ ਉਹ ਪੜ੍ਹਨੇ ਅੱਛਾ ਜੀ। ਸ਼ੁਰੂ ਕੀਤਾ, ਬਹੁਤ ਸਾਰਾ ਲਿਟਰੇਚਰ ਵਰਲਡ ਦਾ ਉਹ ਪੜ੍ਹਿਆ। ਬਸ ਫਿਰ ਹੌਲੀ ਹੌਲੀ ਜੀ। ਸਮਝ ਆ ਗਿਆ ਕਿ ਬੰਦਿਆ ਇਹ ਚਾਰ ਤਾੜੀਆਂ ਜਾਂ ਇੱਕ ਦੋ ਅਖਬਾਰਾਂ ਦੀਆਂ ਫੋਟੋਆਂ ਤੋਂ ਕਿਤੇ ਉੱਪਰਲੀ ਗੱਲ ਹੈ, ਹੁਣ ਬਸ ਪਿੱਛੇ ਨਾ ਮੁੜੀ। ਤੇ ਹੁਣ 33 ਸਾਲ ਹੋ ਗਏ ਦਲਜਿੰਦਰ, ਲੋਕਾਂ ਦਾ ਪਿਆਰ ਵੀ ਮਿਲਦਾ, ਆਪਣੇ ਆਪ ਨੂੰ ਵੀ ਲੱਗਦਾ ਕਿ ਯੈਸ ਯੂ ਆਰ ਡੂਇੰਗ ਸਮਥਿੰਗ। ਕਿਆ ਬਾਤ। ਅੱਛਾ, ਉਸ ਤੋਂ ਬਾਅਦ ਤੁਸੀਂ ਡਾਇਰੈਕਸ਼ਨ 'ਚ ਆਏ। ਜਦੋਂ ਅਸੀਂ ਇੱਕ ਕੰਪਲੀਟ ਥੀਏਟਰ ਪਰਸਨ ਦੀ ਗੱਲ ਕਰਦੇ ਹਾਂ, ਜੇ ਮੈਂ ਇੱਕ ਉਦਾਹਰਨ ਦੇਣੀ ਚਾਹਾਂਗਾ, ਪਹਿਲਾਂ ਗੁਰਦਾਸ ਮਾਨ ਸਾਹਿਬ ਤੇ ਉਸ ਤੋਂ ਬਾਅਦ ਸਰਤਾਜ ਹੁਣੀ, ਕਿ ਖੁਦ ਹੀ ਲਿਖਣਾ, ਖੁਦ ਹੀ ਕੰਪੋਜ਼ ਕਰਨਾ, ਖੁਦ ਹੀ ਗਾਉਣਾ। ਤੁਸੀਂ ਦੂਜਿਆਂ ਦੇ ਵੀ ਨਾਟਕ ਕੀਤੇ, ਉਸ ਤੋਂ ਬਾਅਦ ਕੀ ਲੋੜ ਮਹਿਸੂਸ ਹੋਈ ਕਿ ਤੁਸੀਂ ਲੇਖਕ ਬਣੇ? ਕਿਉਂਕਿ ਬਹੁਤ ਸਾਰੀ ਮੈਨੂੰ ਲੱਗਦਾ ਗੱਲਾਂ ਐਸੀਆਂ ਹੋਣਗੀਆਂ ਜਿਹੜੀਆਂ ਤੁਸੀਂ ਆਪ ਉਠਾਉਣਾ ਚਾਹੁੰਦੇ ਹੋਵੋਗੇ। ਉਹ ਟ੍ਰਾਂਸਫੋਰਮੇਸ਼ਨ ਕੈਸਾ ਸੀ ਲੇਖਕ ਬਣਨ? ਹਾਂ, ਤੁਸੀਂ ਮੇਰੀ ਗੱਲ ਨੂੰ ਬਹੁਤ ਈਜ਼ੀ ਤਰੀਕੇ ਨਾਲ ਸਮਝ ਸਕਦੇ ਹੋ ਕਿਉਂਕਿ ਤੁਸੀਂ ਇੱਕ ਬਹੁਤ ਬਿਹਤਰੀਨ ਐਕਟਰ ਹੋ, ਤੁਸੀਂ ਬਹੁਤ ਸਾਰਾ ਥੀਏਟਰ ਵੀ ਕੀਤਾ, ਫਿਲਮਾਂ ਵੀ ਕੀਤੀਆਂ, ਟੀਵੀ ਵੀ ਕੀਤਾ। ਇੱਕ ਜਿਹੜਾ ਐਕਟਰ ਹੁੰਦਾ, ਐਕਟਰ ਦੇ ਹਮੇਸ਼ਾ ਅੰਦਰ ਮੈਨੂੰ ਇਹ ਲੱਗਦਾ ਹੁੰਦਾ, ਹਮੇਸ਼ਾ ਇੱਕ ਨਾ ਭੁੱਖ ਹੁੰਦੀ, ਉਹਨੂੰ ਇਹ ਲੱਗਦਾ ਹੁੰਦਾ ਕਿ ਮੈਨੂੰ ਏਦਾਂ ਦਾ ਕੁਝ ਚਾਹੀਦਾ। ਜੇ ਮੈਨੂੰ ਕੁਝ ਏਦਾਂ ਦਾ ਮਿਲ ਜੇ ਨਾ, ਕੁਝ ਏਦਾਂ ਦਾ ਰੋਲ ਮਿਲ ਜੇ, ਕੁਝ ਏਦਾਂ ਦੇ ਮੈਨੂੰ ਕੋਈ ਸਪੇਸ ਮਿਲ ਜਾਏ ਕਿਸੇ ਪਲੇ ਦੇ ਵਿੱਚ, ਤੇ ਮੈਂ ਪਤਾ ਨਹੀਂ ਕੀ ਕਰ ਦਾਂਗਾ। ਤੇ ਉਹ ਜਦੋਂ ਉਹਨੂੰ ਇੱਧਰ ਉੱਧਰ ਕਿਤੇ ਨਾ ਸਕ੍ਰਿਪਟਾਂ ਵਿੱਚੋਂ ਕਿਤੇ ਉਹ ਭੁੱਖ ਨਹੀਂ ਉਹਦੀ ਪੂਰੀ ਹੋ ਰਹੀ ਹੁੰਦੀ, ਤਾਂ ਉਹਦਾ ਖਪਤ ਵੀ ਹੋ ਸਕਦਾ, ਉਹ ਗਲਤ ਵੀ ਹੋ ਸਕਦਾ, ਉਹ ਸਹੀ ਵੀ ਹੋ ਸਕਦਾ। ਪਰ ਕਿਤੇ ਮੈਨੂੰ ਏਦਾਂ ਲੱਗਦਾ ਸੀ ਨਹੀਂ ਯਾਰ, ਖੁਦ ਕਿਉਂ ਨਾ ਕਿਹੋ ਜਿਹੀ ਸਕ੍ਰਿਪਟ ਲਿਖੀ ਜਾਵੇ ਜਿਹਦੇ ਵਿੱਚ ਜਿੱਦਾਂ ਦਾ ਮੈਨੂੰ ਲੱਗਦਾ ਵੀ ਇੱਕ ਐਕਟਰ ਨੂੰ ਏਦਾਂ ਦਾ ਕੁਝ ਚਾਹੀਦਾ, ਉਹ ਕਰਕੇ ਦੇਖਿਆ ਜਾਵੇ। ਇਹ ਜਿਹੀ ਗੱਲਾਂ ਦਿਮਾਗ 'ਚ ਸੀ। ਪਲੱਸ ਕਿਉਂਕਿ ਮੈਂ ਭਾਜੀ ਦੇ ਨਾਲ ਥੀਏਟਰ ਸ਼ੁਰੂ ਕੀਤਾ ਸੀ ਤੇ ਭਾਜੀ ਨੂੰ ਜਿਹੜੀ ਕਹਾਣੀ ਕੋਈ ਚੰਗੀ ਲੱਗਦੀ ਸੀ, ਜਿਹੜਾ ਨਾਵਲ ਚੰਗਾ ਲੱਗਦਾ ਸੀ, ਭਾਜੀ ਉਹਨੂੰ ਅਡੈਪਟ ਕਰ ਲੈਂਦੇ ਹੁੰਦੇ ਸੀ। ਉਹ ਕਿਤੇ ਉੱਥੋਂ ਮਿਲੀ ਸੀ ਤੇ ਮੈਨੂੰ ਕੁਝ ਮੈਂ ਕਹਾਣੀਆਂ ਪੜ੍ਹੀਆਂ, ਮੈਨੂੰ ਲੱਗਾ ਯਾਰ ਇਹਨਾਂ ਦਾ ਨਾਟਕ ਬਣਨਾ ਚਾਹੀਦਾ। ਉਹ ਮੈਨੂੰ ਇੰਸਪਾਇਰ ਕੀਤਾ ਉਹਨੇ ਕਿ ਮੈਂ ਇਹਦੀ ਸਕ੍ਰਿਪਟ ਲਿਖਾਂ। ਜਦੋਂ ਮੈਂ ਸਕ੍ਰਿਪਟ ਲਿਖੀ ਤੇ ਫਿਰ ਮੈਨੂੰ ਗੁਰਸ਼ਰਨ ਭਾਜੀ ਨੇ ਹੀ ਖੁਦ ਪ੍ਰੇਰਿਤ ਕੀਤਾ, ਕਹਿੰਦੇ ਸਾਹਿਬ ਵਾਈ ਡੋਂਟ ਯੂ ਡਾਇਰੈਕਟ, ਕੋਈ ਹੋਰ ਕਿਉਂ ਡਾਇਰੈਕਟ ਕਰੇ ਤੇਰੇ ਵਾਸਤੇ, ਤੂੰ ਖੁਦ ਕਰ। ਮੇਰੇ ਵਾਸਤੇ ਐਵੇਂ ਇੱਕ ਅਭਿਆਸ ਸੀ, ਜਿਵੇਂ ਇੱਕ ਹੁੰਦਾ ਨਾ ਕਿ ਐਵੇਂ ਮਸ਼ਕਾਂ ਹੁੰਦੀਆਂ, ਸ਼ੁਰੂ 'ਚ ਬੰਦਾ ਅਭਿਆਸ ਕਰਦਾ ਛੋਟੇ ਨਾ, ਤੁਹਾਨੂੰ ਕੋਈ ਸਮਝ ਨਹੀਂ ਹੁੰਦੀ ਚੀਜ਼ਾਂ ਦੀ ਬਹੁਤ ਡਿਟੇਲ ਦੇ ਵਿੱਚ, ਤੇ ਪਲੇ ਡਾਇਰੈਕਟ ਕਰਨਾ ਸ਼ੁਰੂ ਕਰਦੇ। ਪਰ ਹੌਲੀ ਹੌਲੀ ਇਹ ਲੱਗਾ ਕਿ ਅੰਦਰ ਨਾ ਇੱਕ ਅੰਦਰੋਂ ਆਵਾਜ਼ ਆਈ ਕਿ ਯਸ ਤੇਰੇ ਅੰਦਰ ਕਿਤੇ ਨਾ ਕਿਤੇ ਉਹ ਗੱਲ ਹੈਗੀ ਹੈ, ਨਾਟਕਕਾਰੀ ਵਾਲੀ ਗੱਲ ਵੀ ਹੈਗੀ ਹੈ, ਡਾਇਰੈਕਸ਼ਨ ਵਾਲੀ ਗੱਲ ਵੀ ਹੈਗੀ ਹੈ, ਐਕਟਰ ਤਾਂ ਤੂੰ ਹੈਗਾ ਕਿਤੇ ਤਾਂ। ਫਿਰ ਹੌਲੀ ਹੌਲੀ ਦੋਸਤਾਂ ਮਿੱਤਰਾਂ ਤੋਂ, ਆਪਣੇ ਸੀਨੀਅਰਸ ਤੋਂ, ਡਾਕਟਰ ਆਤਮਜੀਤ, ਗੁਰਸ਼ਰਨ ਸਿੰਘ, ਕੇਵਲ ਧਾਲੀਵਾਲ ਜਾਂ ਨੀਲਮ ਮਾਨ ਸਿੰਘ ਜਾਂ ਹੋਰ ਮਹਿੰਦਰ ਸਰ, ਇਹਨਾਂ ਸਾਰਿਆਂ ਨਾਲ ਮੁਲਾਕਾਤਾਂ ਹੁੰਦੀਆਂ ਰਹੀਆਂ, ਸੰਬੰਧ ਬਹੁਤ ਨੇੜਲੇ ਸਾਰੇ ਥੀਏਟਰ ਦੇ ਆਪਣੇ ਦਿੱਗਜ ਨੇ, ਤੇ ਇਹਨਾਂ ਤੋਂ ਬਹੁਤ ਕੁਝ ਨਾ ਗ੍ਰਹਿਣ ਕੀਤਾ, ਬੜਾ ਕੁਝ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜੇ ਡਾਇਰੈਕਸ਼ਨ 'ਚ ਪੈਣਾ ਤਾਂ ਤੁਸੀਂ ਜਿੰਨਾ ਕੁ ਤੁਸੀਂ ਸਿੱਖ ਸਕਦੇ ਹੋ ਉਨਾ ਕੁ ਤੁਸੀਂ ਸਿੱਖੋ। ਕਿਤਾਬਾਂ ਬਹੁਤ ਪੜ੍ਹਨ ਦਾ ਸ਼ੌਕ ਪਹਿਲਾਂ ਤੋਂ ਸੀ, ਉਹ ਬੜਾ ਕੁਝ ਪੜ੍ਹਿਆ। ਹੌਲੀ ਹੌਲੀ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਮੈਨੂੰ ਲੱਗਦਾ ਕਿ ਮੈਂ ਸਟੂਡੈਂਟ ਹੈ, ਮੈਂ ਐਕਟਿੰਗ 'ਚ ਵੀ ਆਪਣੇ ਆਪ ਨੂੰ ਵਿਦਿਆਰਥੀ ਹੀ ਸਮਝਦਾ, ਅੱਜ ਵੀ ਡਾਇਰੈਕਸ਼ਨ ਵਿੱਚ ਵੀ ਵਿਦਿਆਰਥੀ ਹੀ ਸਮਝਦਾ, ਨਾਟਕਕਾਰੀ 'ਚ ਵੀ। ਮੈਨੂੰ ਲੱਗਦਾ ਇਹਦਾ ਕੋਈ ਅੰਤ ਨਹੀਂ ਹੈ।
ਇਹੀ ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਹੁੰਦਾ ਕੀ ਕਈ ਵਾਰੀ, ਇੱਕ ਸੈਕਿੰਡ ਮੈਨੂੰ ਦੇਣਾ, ਮੈਨੂੰ ਚਾਰਜਰ ਦੇਣਾ ਪਲੀਜ਼, ਮੈਂ ਫੋਨ ਨੂੰ ਲਾਉਣਾ ਹੈ। ਹਾਂਜੀ, ਤੇ ਕਈ ਵਾਰੀ ਕੀ ਹੁੰਦਾ ਹੈ ਸਾਹਿਬ ਸਿੰਘ ਜੀ, ਕਿ ਕਿਸੇ ਨੂੰ ਬੈਸਟ ਐਕਟਰ ਦਾ ਅਵਾਰਡ ਮਿਲ ਗਿਆ, ਉਹਦੀ ਗਰੋਥ ਉੱਥੇ ਰੁਕ ਜਾਂਦੀ ਹੈ। ਉਹ ਇੱਕ ਬੜੀ ਖਤਰਨਾਕ ਚੀਜ਼ ਹੁੰਦੀ ਕਈ ਵਾਰੀ। ਤੇ ਮੈਨੂੰ ਬਹੁਤ ਅੱਛਾ ਲੱਗਾ, ਕਿਉਂਕਿ ਅਸਲ 'ਚ ਕਿਉਂਕਿ ਜਿੰਨਾ ਅਸੀਂ ਜਾਣਦੇ ਜਾਂਦੇ ਆ ਨਾ ਇਹ ਸਮੁੰਦਰ, ਤੇ ਜਿੰਨਾ ਅਸੀਂ ਇਹਦੇ ਡੁੱਬਦੇ ਜਾਂਦੇ ਉਹਨਾਂ ਸਾਨੂੰ ਅਹਿਸਾਸ ਹੁੰਦਾ ਜਾਂਦਾ ਕਿ ਸਾਨੂੰ ਤਾਂ ਕੁਝ ਨਹੀਂ ਪਤਾ। ਅੱਛਾ, ਮੈਨੂੰ ਇੱਕ ਅਸੀਂ ਅਰਚਨਾ ਪੂਰਨ ਸਿੰਘ ਨੂੰ ਜਾਣਦੇ ਆ ਬੇਸਿਕਲੀ ਕਾਮੇਡੀਅਨ ਦੇ ਤੌਰ ਤੇ, ਪਰ ਇੱਕ ਵਾਰੀ ਬੜੀ ਕਮਾਲ ਦੀ ਗੱਲ ਉਹਨਾਂ ਨੇ ਕਹੀ ਸੀ। ਕਹਿੰਦੇ ਜਦੋਂ ਮੈਨੂੰ ਨਸੀਰ ਸਾਹਿਬ ਦੇ ਨਾਲ ਫਿਲਮ ਆਫਰ ਹੋਈ ਨਾ ਜਲਵਾ, ਉਦੋਂ ਮੈਂ ਆਪਣੇ ਆਪ ਨੂੰ ਕਿਹਾ ਕਿ ਸ਼ੁਕਰ ਹੈ ਕੁੜੀਏ ਕਿ ਮਤਲਬ ਹੁਣ ਤੂੰ ਜ਼ਿੰਦਗੀ 'ਚ ਜਦੋਂ ਰਿਟਾਇਰ ਹੋਏਗੀ ਤਾਂ ਤੂੰ ਕੁਝ ਕਹਿ ਸਕੇਗੀ ਕਿ ਮੈਂ ਵੀ ਇੱਕ ਐਸੇ ਬੰਦੇ ਨਾਲ ਕੰਮ ਕੀਤਾ, ਮੈਂ ਵੀ ਇੱਕ ਐਸੀ ਫਿਲਮ ਕੀਤੀ। ਤੁਹਾਨੂੰ ਆਪਣਾ ਐਸਾ ਕਿਹੜਾ ਸ਼ਾਹਕਾਰ ਲੱਗਦਾ ਹੈ ਕਿ ਮਤਲਬ ਜਿਹਨੂੰ ਲਿਖ ਕੇ, ਜਿਹਨੂੰ ਪਰਫਾਰਮ ਕਰਕੇ ਲੱਗਾ ਕਿ ਹਾਂ ਯਾਰ ਸਾਹਿਬ ਸਿੰਘ ਤੂੰ ਕੁਝ ਕੀਤਾ, ਉਹਦਾ ਜ਼ਿਕਰ ਜ਼ਰੂਰ ਕਰੋ। ਮੈਂ ਜਦੋਂ ਅੱਜ ਤੋਂ ਨਾ ਤਕਰੀਬਨ ਕੋਈ 15 ਸਾਲ ਪਹਿਲਾਂ, 15 16 17 ਸਾਲ ਹੋ ਗਏ, ਮੈਂ ਇੱਕ ਪਲੇ ਲਿਖਿਆ ਸੀ ਰਵਾਇਤਾਂ ਤੋਂ ਪਾਰ, ਬਿਯੋਂਡ ਟ੍ਰੈਡੀਸ਼ਨਸ। ਕਿ ਇੱਕ ਅਸੀਂ ਇੱਕ ਵਿਮਨ ਐਮਪਾਵਰਮੈਂਟ ਦੀ ਗੱਲ ਕਰਦੇ ਹਾਂ, ਪਰ ਉਹਦੇ ਵਿੱਚ ਮੈਨੂੰ ਇੱਕ ਨੁਕਤਾ ਬਹੁਤ ਚੁਭਦਾ ਹੁੰਦਾ ਸੀ ਕਿ ਜਦੋਂ ਅਸੀਂ ਵਿਮਨ ਐਮਪਾਵਰਮੈਂਟ ਦੀ ਗੱਲ ਕਰਦੇ ਹਾਂ ਤਾਂ ਅਸੀਂ ਇੱਕਦਮ ਪਹਿਲਾਂ ਜਿਹੜਾ ਮਰਦ ਹੈ ਉਹਨੂੰ ਇੱਕ ਵਿਰੋਧੀ ਬਣਾ ਕੇ ਖੜਾ ਕਰ ਲੈਂਦੇ ਹਾਂ, ਤੇ ਹਾਲਾਂਕਿ ਅਸੀਂ ਗੱਲ ਉਹਨੂੰ ਸੁਣਾਣੀ ਹੁੰਦੀ ਹੈ ਕਿ ਵਿਮਨ ਐਮਪਾਵਰਮੈਂਟ ਦੀ ਗੱਲ ਸੁਣਾਣੀ ਉਹਨੂੰ ਹੁੰਦੀ ਹੈ। ਉਹ ਚੀਜ਼ ਮੇਰੇ ਮਾਈਂਡ ਵਿੱਚ ਸੀ, ਉਸ ਨੂੰ ਲੈ ਕੇ ਇੱਕ ਮੈਂ ਸਕ੍ਰਿਪਟ ਲਿਖੀ ਰਵਾਇਤਾਂ ਤੋਂ ਪਾਰ। ਉਹ ਜਦੋਂ ਮੈਂ ਲਿਖੀ, ਜਦੋਂ ਮੈਂ ਉਹਨੂੰ ਪੇਸ਼ ਕੀਤਾ, ਉਹਦੇ 'ਚ ਮੈਂ ਮੇਨ ਰੋਲ ਵੀ ਕੀਤਾ, ਤੇ ਮੈਨੂੰ ਬੜੀ ਭਰਪੂਰ ਤਸੱਲੀ ਹੋਈ ਕਿ ਹਾਂ ਇੱਕ ਕੰਪਲੈਕਸ ਕਿਸਮ ਦੇ ਸਬਜੈਕਟ ਦੇ ਉੱਤੇ ਇੱਕ ਇਹੋ ਜਿਹੀ ਇੱਕ ਪ੍ਰੋਡਕਸ਼ਨ ਤਿਆਰ ਹੋਈ ਹੈ, ਜਿਹਦਾ ਮੈਨੂੰ ਖੁਦ ਨੂੰ ਵੀ ਤਸੱਲੀ ਹੋਈ, ਕ੍ਰਿਟਿਕਸ ਨੇ ਵੀ ਬੜਾ ਸਲਾਹਿਆ, ਦਿੱਲੀ ਵਗੈਰਾ ਇੱਧਰ ਉੱਧਰ ਸ਼ੋਅ ਵੀ ਕੀਤੇ, ਕਾਫੀ ਸਾਰੇ ਅਵਾਰਡ ਵੀ ਉਸ ਪਲੇ ਨੂੰ ਮਿਲੇ। ਤੇ ਹੁਣ 2 ਸਾਲ ਪਹਿਲਾਂ ਮੈਂ ਇੱਕ ਨਾਟਕ ਲਿਖਿਆ ਸਮਾਂ ਵਾਲੀ ਡਾਂਗ। ਉਹ ਨਾਟਕ ਮੇਰਾ ਹੁਣ ਬਹੁਤ ਪਪੂਲਰ ਹੋਇਆ ਹੋਇਆ, ਬਹੁਤ ਪ੍ਰਸਿੱਧ। 1 ਘੰਟਾ 20 ਮਿੰਟ ਦਾ ਪਲੇ ਹੈ। ਉਹ ਜਿਹੜੀ ਛੋਟੀ ਕਿਸਾਨੀ, ਜਿਹੜੀ ਹਾਂ ਉਹਦੀਆਂ ਦਿੱਕਤਾਂ ਨੇ ਛੋਟੀ ਕਿਸਾਨੀ ਦੀਆਂ, ਤਰ੍ਹਾਂ ਤਰ੍ਹਾਂ ਦੀਆਂ, ਉਹਦੀਆਂ ਹਰ ਤਰ੍ਹਾਂ ਦੀਆਂ, ਪਰਿਵਾਰਕ ਵੀ, ਸਮਾਜਿਕ ਵੀ, ਮਾਨਸਿਕ ਵੀ, ਸਰੀਰਕ ਵੀ, ਆਰਥਿਕ ਵੀ, ਉਹਦਾ ਜਿਹੜਾ ਸਮਾਜਿਕ ਪੱਧਰ ਵੀ ਆ, ਪੋਲੀਟੀਕਲ ਵੀ। ਉਹ ਚੀਫ ਮਿਨਿਸਟਰ ਨੂੰ ਇੱਕ ਲੈਟਰ ਲਿਖ ਰਿਹਾ ਬੰਦਾ, ਕਿਸਾਨ। ਉਹ ਪਪੂਲਰ ਕਹਿੰਦਾ ਮਤਲਬ ਉਹ ਹੋਈ। ਸੋਲੋ ਉਹਦੇ 'ਚ ਐਕਟ ਕਰਕੇ ਵੀ ਸਵਾਦ ਆਇਆ, ਲਿਖ ਕੇ ਵੀ। ਤੇ ਲੇਟੈਸਟ ਜਿਹੜਾ ਲੋਕਡਾਊਨ ਤੋਂ ਪਹਿਲਾਂ ਮੇਰਾ ਪਲੇ ਸੀਗਾ, ਉਹ ਮਤਲਬ ਮੇਰਾ ਹੁਣ ਤੱਕ ਦਾ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਨੂੰ ਲੱਗਦਾ ਇੱਕ ਲਿਖਤ ਦੇ ਤੌਰ ਤੇ ਮੈਨੂੰ ਲੱਗਦਾ ਮੇਰਾ ਹੁਣ ਤੱਕ ਦਾ ਉਹ ਬਿਹਤਰੀਨ ਮੈਨੂੰ ਤਸੱਲੀ ਹੋਈ ਹੈ। ਵਜਾਈਨਾ ਜਿਹੜਾ ਆਪਣੀ ਬੇਟੀ ਨੇ ਪਰਫਾਰਮ ਕੀਤਾ, ਬੇਟੀ ਨੇ ਜਿਹੜਾ ਪਰਫਾਰਮ ਕੀਤਾ, ਜੀ ਉਹਦੇ ਉੱਪਰ ਬਹੁਤ ਚਰਚਾ ਸੁਣੀ ਸੀ। ਬੜਾ ਬੋਲਡ ਪਲੇ ਆ ਤੇ ਜਿਸ ਤਰੀਕੇ ਨਾਲ ਉਹਨੂੰ ਟੈਕਲ ਕੀਤਾ ਜੀ, ਬੜਾ ਜ਼ਬਰਦਸਤ ਪਲੇ ਬਣਿਆ ਔਰ ਬਹੁਤ ਸੋਹਣਾ ਨਿਕਲ ਕੇ ਆਇਆ। ਉਹਦੇ ਅੰਮ੍ਰਿਤਸਰ ਸ਼ੋਅ ਕੀਤੇ, ਚੰਡੀਗੜ੍ਹ ਸ਼ੋਅ ਕੀਤੇ। ਕੁਦਰਤੀ ਲੋਕਡਾਊਨ ਹੋ ਗਿਆ, ਨਹੀਂ ਤਾਂ ਉਹਦੇ ਕੈਨੇਡਾ ਅਮਰੀਕਾ 'ਚ ਵੀ ਸ਼ੋਅ ਪਲਾਨ ਹੋ ਗਏ ਸੀ, ਇੰਗਲੈਂਡ ਵੀ ਪਲਾਨ ਹੋ ਗਏ ਸੀ ਸ਼ੋਅ, ਤੇ ਇੱਥੇ ਤਾਂ ਬਹੁਤ ਸਾਰੇ ਸ਼ੋਅ ਪਲਾਨ ਹੋਏ ਸੀ। ਖੁੱਲੇ ਦਿਲ ਨਾਲ ਸਵਾਗਤ ਹੋਏਗਾ ਤੁਹਾਡਾ। ਤੇ ਉਹ ਮੈਨੂੰ ਬਹੁਤ ਥੀਏਟਰ ਨਾਲ ਜੁੜੀ ਹੋਈ ਹੈ, ਤੇ ਭਾਬੀ ਜੀ ਨਾਲ ਮੈਂ ਆਪ ਉਹਨਾਂ ਨਾਲ ਇੱਕ ਸੀਰੀਅਲ ਕੀਤਾ ਹੋਇਆ, ਤੇ ਇਹ ਸਿਲਸਿਲਾ ਕਿੱਦਾਂ, ਉਹ ਵੀ ਪਹਿਲਾਂ ਹੀ ਸੀਗੇ ਐਕਟਰਸ ਕਿ ਕਿੱਦਾਂ ਬਣਿਆ? ਰੋਜ਼ੀ ਨਾਲ ਮੇਰਾ ਇਸ ਤਰ੍ਹਾਂ ਕਿ ਉਹ ਜਦੋਂ ਅਸੀਂ ਕਾਲਜ ਵਗੈਰਾ ਵਿੱਚ ਪੜ੍ਹਦੇ ਸੀ ਜੀ, ਤੇ ਕਾਲਜ ਦੇ ਵਿੱਚ ਮੈਂ ਕਹਿੰਦਾ ਮਤਲਬ ਥੋੜਾ ਬਹੁਤ ਥੀਏਟਰ ਜੁਆਇਨ ਕਰ ਲਿਆ ਸੀ, ਕਰਨਾ ਸ਼ੁਰੂ ਕਰਤਾ ਸੀ। ਤੇ ਉਹ ਸਿੰਗਿੰਗ ਦੇ ਵਿੱਚ ਸੀ ਇੰਟਰਸਟ ਰੋਜ਼ੀ ਦਾ। ਤੇ ਜਦੋਂ ਅਸੀਂ ਇੱਕ ਫੰਕਸ਼ਨ ਦੇ ਵਿੱਚ ਇਕੱਠੇ ਹੋਏ, ਉੱਥੇ ਉਹਨੇ ਗਾਣਾ ਗਾਇਆ ਤੇ ਮੈਂ ਸੰਚਾਲਨ ਕਰ ਰਿਹਾ ਸੀ ਮੰਚ ਦਾ। ਤੇ ਉੱਥੇ ਅਸੀਂ ਨੇੜੇ ਆਏ ਤਾਂ ਇਨ ਦਾ ਮੀਨ ਟਾਈਮ ਗੁਰਸ਼ਨ ਭਾਜੀ ਚੰਡੀਗੜ੍ਹ ਆ ਚੁੱਕੇ ਸੀ। ਉਹਨਾਂ ਦੇ ਨਾਲ ਮੇਰੇ ਖਿਆਲ ਈਲੂ ਈਲੂ ਗਾਣਾ ਕਾਫੀ ਪਪੂਲਰ ਸੀ ਜੀ। ਪਰ ਉਹ ਈਲੂ ਈਲੂ ਇੱਕਦਮ ਮਤਲਬ ਕਿ ਗੁਰਸ਼ਨ ਭਾਈ ਦੇ ਕੋਲ ਜਦੋਂ ਗਏ ਤੇ ਉਹਨਾਂ ਨੇ ਹੋਰ ਹੀ ਕਿਸਮ ਦੀ ਈਲੂ ਈਲੂ ਕਰਾਤੀ। ਉਹ ਕਹਿੰਦਾ ਵੀ ਠੀਕ ਹੈ, ਮੈਨੂੰ ਤਾਂ ਨਾਇਕ ਨਾਇਕਾ ਮਿਲ ਗਏ, ਤੁਸੀਂ ਆ ਜਾਓ, ਮੇਰਾ ਗਰੁੱਪ ਜੁਆਇਨ ਕਰੋ ਤੇ ਅਸੀਂ ਪਰਫਾਰਮ ਕਰਦੇ ਹਾਂ। ਤੇ ਅਸੀਂ ਜਗ੍ਹਾ ਜਾ ਕੇ ਉਹਨਾਂ ਨਾਲ ਥੀਏਟਰ ਕਰਨਾ ਪਿਆ। ਉਹ ਫਿਰ ਜੁੜਾਵ ਇੱਕ ਅਲੱਗ ਕਿਸਮ ਦਾ ਇੱਕ ਜੁੜਾਵ ਹੋ ਗਿਆ। ਈਵਨ ਮਤਲਬ ਅਸੀਂ ਤਕਰੀਬਨ 5-6 ਸਾਲ ਐਕਸਟੈਂਸਿਵ ਗੁਰਸ਼ਨ ਭਾਈ ਨਾਲ ਪਿੰਡਾਂ 'ਚ ਜਾ ਕੇ, ਸ਼ਹਿਰਾਂ 'ਚ ਜਾ ਕੇ, ਫਿਰ ਕੈਨੇਡਾ ਵੀ ਗਏ, ਇੰਗਲੈਂਡ ਅਮਰੀਕਾ ਉੱਥੇ ਵੀ ਗਏ ਅਸੀਂ, ਫਿਰ ਪਾਕਿਸਤਾਨ ਵੀ ਥੀਏਟਰ ਕਰਕੇ ਆਏ। ਉਹ ਬਿਹਤਰੀਨ ਰੰਗਮੰਚ ਦਾ ਇੱਕ ਸਫ਼ਰ ਬਣਿਆ। ਵਾਹ 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 ਵਾਹ, ਕੀ ਬਾਤ ਹੈ। ਸਾਹਿਬ ਸਿੰਘ ਜੀ, ਗੱਲਾਂ ਬਹੁਤ ਸਾਰੀਆਂ ਨੇ, ਫਿਰ ਕਿਸੇ ਮੰਚ ਤੇ ਦੁਬਾਰਾ ਉਮੀਦ ਹੈ ਮੁਲਾਕਾਤ ਹੋਏਗੀ, ਕਿਉਂਕਿ ਇਸ ਵੇਲੇ ਸਾਨੂੰ ਇੰਤਜ਼ਾਰ ਹੈ ਤੁਹਾਡੀ ਪੇਸ਼ਕਾਰੀ ਦਾ। ਥੋੜਾ ਜਿਹਾ ਮੈਨੂੰ ਅੱਜ ਦੀ ਪੇਸ਼ਕਾਰੀ ਬਾਰੇ ਦੱਸੋ, ਫਿਰ ਅਸੀਂ ਉੱਧਰ ਚੱਲਾਂਗੇ। ਹਾਂ, ਇਹ ਪੇਸ਼ਕਾਰੀ ਹੈਗੀ ਹੈ ਰੰਗਕਰਮੀ ਦਾ ਬੱਚਾ। ਇਹਦਾ ਟਾਈਟਲ ਮੈਂ ਇਹ ਰੱਖਿਆ ਕਿ
ਅਸੀਂ ਦੁਨੀਆ ਭਰ ਦੀਆਂ ਮੁਸ਼ਕਲਾਂ, ਦੁਨੀਆ ਭਰ ਦੇ ਦਰਦ, ਦੁਨੀਆ ਭਰ ਦੀਆਂ ਅਚੀਵਮੈਂਟਸ, ਹੋਰ ਬੜੀ ਕਈ ਕੁਝ ਅਸੀਂ ਨੈਚੁਰਲੀ ਆਪਣੇ ਨਾਟਕਾਂ ਵਿੱਚ ਬਿਆਨਦੇ ਹਾਂ, ਔਰ ਸਾਨੂੰ ਬਿਆਨਣਾ ਵੀ ਚਾਹੀਦਾ। ਲੇਕਿਨ ਕੁਝ ਜੀ। ਦਰਦ ਸਾਡੇ ਆਪਣੇ ਵੀ ਹੁੰਦੇ ਆ, ਕੁਝ ਬਸ ਹੁਣ ਨਾਟਕ ਜੀ ਦੇਖਾਂਗੇ। ਹਾਂ, ਸੋ ਬਸ ਏਦਾਂ ਦੀ ਕੋਈ ਗੱਲ, ਕੁਝ ਏਦਾਂ ਦੀ ਗੱਲ ਹੈ, ਲੇਕਿਨ ਗੱਲ ਇਸ ਤੋਂ ਕੁਝ ਹੋਰ ਉੱਪਰਲੀ ਹੈ, ਉਹ ਅਸੀਂ ਅੱਜ ਰੰਗਕਰਮੀ ਦਾ ਬੱਚਾ ਦੇ ਵਿੱਚ ਕਰਨ ਦੀ ਕੋਸ਼ਿਸ਼ ਸੀ। ਸਾਹਿਬ ਸਿੰਘ ਜੀ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ, ਅਸੀਂ ਜੁੜੇ ਰਹਾਂਗੇ ਤੇ ਇਟਸ ਆਲ ਯੋਰਸ। ਹੁਣ ਸਟੇਜ ਤੁਹਾਡੀ ਹੈ ਤੇ ਤੁਹਾਡੀ ਪਰਫਾਰਮੈਂਸ ਦੇਖਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਦੁਬਾਰਾ ਗੱਲਬਾਤ ਕਰਦੇ ਹਾਂ। ਥੈਂਕ ਯੂ। ਸ਼ੁਰੂ ਕਰਦੇ ਹਾਂ। ਰੋਜ਼ ਦੀ ਉਹੀ ਗੱਲਾਂ, ਕਿਰਾਇਆ ਦੇ ਦਿਓ, ਕਿਰਾਇਆ ਦੇ ਦਿਓ, ਕਿੱਥੋਂ ਦੇ ਦਿਆਂ ਕਿਰਾਇਆ ਜਦੋਂ ਮੇਰੇ ਕੋਲ ਪੈਸੇ ਹੈ ਹੀ ਨਹੀਂ ਪਹਿਲਾਂ। ਹਮੇਸ਼ਾ ਦੀ ਉਹੀ ਗੱਲਾਂ, ਕਿਰਾਇਆ ਦੇ ਦਿਓ। ਪਿਛਲੇ 5 ਦਿਨਾਂ ਤੋਂ ਇਹੀ ਸਭ ਕੁਝ ਚੱਲ ਰਿਹਾ ਹੈ। ਤੇ ਜਿਹੜੀ ਕਿਰਾਇਆ ਮੰਗਣ ਆਈ ਹੈ, ਛੋਟੀ ਜਿਹੀ ਬੱਚੀ ਆ, ਮਾਸੂਮ ਜੀ। ਜੇ ਆਮ ਹਾਲਤ ਹੁੰਦੇ ਤਾਂ ਇਹਨੂੰ ਦੇਖਦੇ ਮੇਰੇ ਚਿਹਰੇ ਤੇ ਬਹੁਤ ਪਿਆਰੀ ਮੁਸਕਰਾਹਟ ਆ ਜਾਂਦੀ, ਪਰ ਹੁਣ ਪਿਛਲੇ 3 ਮਹੀਨੇ ਤੋਂ ਸ਼ਾਇਦ ਉਹ ਮੁਸਕਰਾਹਟ ਮੈਂ ਭੁੱਲ ਗਿਆ। ਇਸੇ ਕਰਕੇ ਸ਼ਾਇਦ ਇਹ ਸਭ ਕੁਝ ਹੁੰਦਾ। ਕੱਲ ਵੀ ਏਦਾਂ ਹੋਇਆ, ਇਹ ਆਈ ਕਿਰਾਇਆ ਮੰਗਣ ਤੇ ਮੇਰੇ ਤੋਂ ਇਸੇ ਤਰ੍ਹਾਂ ਇਹਨੂੰ ਚੀਕ ਹੋ ਗਿਆ। रसोई चो वाइफ ने आवाज मारी, क्यों चीख रहे हो, क्यों चीख रहे हो? मैं चीख रहे हाँ हाँ मैं चीख रहे हैं। मैं अपने नवा नाटक की रिहर्सल कर रहे हैं। तू की कर रही है, मदद करे, तू क्या क्या नाटक की तब तेन क्या सारा काम मैं अपने कर लगा, तू क्यों कर दी? वाइफ कहती, मैं तो बस प्लेटा अपनी जगह ते टिका रही सी, और कुछ नहीं करती। गल पता की है, मेरी वाइफ प्रेगनेंट है, 2 महीने की डिलीवरी है। मैं इस करके घबराया हुआ, मैं गलत टाइम पे गरीब हो गया भाजी, गलत टाइम पे। पिछले 3 महीनों तो कोई शो नहीं हो रहा, किसी पास कोई कमाई नहीं है, पर खर्चे तो उसी तरह ने। डॉक्टर कहता है अपनी वाइफ का ख्याल रखो, अपनी वाइफ को फ्रूट खवाओ, चंगी चंगी चीज़ां खवाओ, जूस पिलाओ, दूध पिलाओ, अंडे खवाओ, चिकन खवाओ जो खवा सकते हो। मैं सब कुछ नहीं कर पा रहा भाजी, मैं सब कुछ नहीं कर पा रहा। डॉक्टर कहता है अपनी वाइफ का मूड ठीक रखो, उधर चंगी चंगी गल्लां करो, उन्हें चंगी किताबां पढ़न दो, उधर चंगे विचार प्रकट करो, उसकी मानसिकता ठीक रहनी चाहिए। मैं भी चाहना भाजी ये सब कुछ ठीक रहे। घर में किताबों की कोई कमी नहीं है, चंगिया किताबा ने, पर बाकी चीजें मेरे तो नहीं हो रही भाजी, मेरे तो हो नहीं रही। मैं वो सब कुछ अपनी वाइफ को नहीं दे पा रहा जो मुझे देना चाहिए। मैं अपनी वाइफ का गुनहगार हूं, मैं अपनी वाइफ का गुनहगार हूं। मैं जे इस तरह चलता रहा, कल जो साडा बच्चा होएगा तो किस तरह का होएगा भी जा सॉरी भाजी, रियली सॉरी, मैंने इस तरह की गल्लां नहीं करनी चाहिए। यस कुछ नहीं भाजी, चिड़ी है एक, साडी सामने जी खिड़की है ना, उत्थे बैठती है, उस खिड़की चो अंदर थोड़ी जी धुप ते हवा आती है। पिछली दिवाली जो मैं दीवे जगाए, एक दीवा इस खिड़की में भी रख दिता। दिवाली तो थोड़े दिन बाद मीह आया तो बरसात के नाल दीवा पानी में भर गया। ये चिड़ी को आदत पै गई, उत्थे आउंदी ते उस दीवे विचला पानी पी जाती। जदों पानी मुक जाता तो चुंझ नाल ठक 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 करदी, जिवें मैनूं कह रही होवे पानी पा दे, पानी पा दे।
मैं हस्ती विच पानी पा दिंदा। मेरी पत्नी कुछ खाण नूं लिया के उत्ते रख दिंदी है। चिड़ी खांदी है, फिर उड़ जाती है, फिर आ जाती है। मैनूं चंगी लगदी है भाजी चिड़ी, पर पिछले कुछ दिनों तो मैनूं इदां लगदा जिवें मेरा मूंह चढ़ा रही है, जिवें अपनी आजाद हस्ती दिखा के मैनूं होर भी बौणा कर रही है चिड़ी। नहीं भाजी, चिड़ी नाल काहदी दुश्मनी भाजी? ये चिड़ी तो मेरी पहली अध्यापक है। मैनूं आजाद हस्ती का सबक सिखाने वाली चिड़ी, उड़न का बल सिखाने वाली चिड़ी। यस, पर भाजी मैं कदे अज तक ना किसी बच्चे नूं झिड़किया, ना मैं चिड़ी वर्गे किसी मासूम पंछी नूं कदी कुछ किया। पर हुण मैनूं सब कुछ हो रहा भाजी, क्यों हो रहा मैनूं भी समझ नहीं आती भाजी। वो कहते ने असीं सारे ने मिलकर कुदरत का बहुत बेड़ा गर्क कीता, असीं बहुत गंद पाया, इस करके कुदरत साडे तो बदला ले रही है। भाजी मैं की गंद पाया? मैं कुदरत का की बिगाड़िया? मैं तो किते ऊपर करोड़ों रुपए की दलाली दे के अपनी किसी फैक्ट्री का गंदा पानी किसी झील या दरिया में नहीं ना सुटिया। मैं तो अंदर धुआं नहीं चाढ़िया। मैं तो किते जाके फूड डिपार्टमेंट को कोई एप्लीकेशन नहीं दी कि सानू पीजे बर्गर सबवे ये सारा कुछ चाहिए। मैं तो नहीं सीखा, उन्होंने खुद बाजार में छुट्टिया है ये सारा कुछ, तो फिर न्याणे तो जाके खाणगे ना। असीं की गंद पाया? सॉरी भाजी, मैं भूल ही जाना कि मैं स्टेज उत्ते नहीं खड़ा। डायलॉग बोलने की आदत पई हुई है ना भाजी, इस करके गल्लां डायलॉग की तरह अंदरों निकलदी है। शायद वो भुख भी किते किते तंग कर रही है भाजी। हाँ, की कह रहे हैं? किराया? कमले हो भाजी, सरकार दे ऐलान दी गल्लां करदे। सरकार तो बहुत ऐलान कर दी भाजी, बहुत ऐलान कर दिया। सरकार के ऐलान नाल की हो जाता है? किराया ना दो, किराया ना मंगो। सरकार नूं असलियत का नहीं ना पता भाजी। मैं भावें चंडीगढ़ च रहना, पर सोहने शहर चंडीगढ़ के जिस्म उत्ते भी फोड़ियां वर्गियां कुछ बस्तियां ने। मैं हो जी एक बस्ती के एक गंदे मकान च ही रहना। उस मकान के विच ही एक कमरा बनया हुआ जिथे मैं रहना। तो इस मकान की जी मकान मालकन है वो तो बहुत बड़ी रईस नहीं है, कली है भाजी। उसका हसबैंड मरिया हुआ है, प्राइवेट नौकरी करती सी, लॉकडाउन करके उसकी नौकरी छुट गई। उसकी बड़ी बेटी में कैंसर होया है, उसकी ट्रीटमेंट चल रही है। छोटी बेटी मासूम है, पढ़ रही है। भाजी 7,000 रुपया है किराए का जो मैं उन्होंने दिना। जे मैं उन्होंने किराया ना दिता तो वह घर हिल जाए, जे मैं किराया दे दिता तो मेरा घर हिल जाएगा। जे असी दोवां ने कुछ ना किया तो बहुत कुछ हिल जाएगा भाजी, बहुत कुछ हिल जाएगा। सॉरी भाजी, मैं फिर इमोशनल हो गया ना, आदत पई हुई है ना अदाकारा वाली, डायलॉग अंदर बढ़ के बोल दी। भाजी मैंने जो मेरी वाइफ ने खबर दी सी कि मैं प्यो बनने वाला, मैं बहुत खुश थी। मैं तो मेरी बीवी ने बड़े सुपने देखे, साडा बच्चा आएगा, सियाह करांगे, अपने बच्चे लिए और करांगे। बच्चा की हुंदा है मैं हुण समझ सकता, पर चंगी तरह नहीं भाजी।
ਚੰਗੀ ਤਰ੍ਹਾਂ ਨਹੀਂ। ਬੱਚਾ ਕੀ ਹੁੰਦਾ ਹੈ ਜੇ ਸਮਝਣਾ ਹੈ, ਤਾਂ ਉਸ ਮਾਂ ਨੂੰ ਪੁੱਛਣਾ ਪਊ ਜਿਹੜੀ ਨਾਸਿਕ ਤੋਂ ਚੱਲ ਪਈ ਸੀ ਮੱਧ ਪ੍ਰਦੇਸ਼ ਲਈ ਪੈਦਲ। ਅਣਜੰਮੇ ਬੱਚੇ ਨੂੰ ਪੇਟ ਵਿੱਚ ਲੈ ਕੇ ਕਿੱਥੇ ਨੂੰ ਤੁਰ ਪਈ ਸੀ ਉਹ? ਆਪਣੇ ਦੇਸ਼, ਆਪਣੇ ਦੇਸ਼। ਸ਼ਾਇਦ ਸੋਚਦੀ ਹੋਗੀ ਕਿ ਮੈਂ ਤਾਂ ਹੁਣ ਤੱਕ ਦੀ ਜ਼ਿੰਦਗੀ ਓਪਰੇ ਮਾਹੌਲ ਦੇ ਵਿੱਚ ਹੀ ਸਾਹ ਲੈਂਦੀ ਰਹੀ, ਬਗਾਨੇ ਟੁਕੜਾਂ ਵੱਲ ਨੂੰ ਦੇਖਦੀ ਰਹੀ, ਬਗਾਨੇ ਲੋਕਾਂ ਦੀਆਂ ਗਾਲਾਂ ਖਾਂਦੀ ਰਹੀ। ਮੇਰਾ ਇਹ ਜਵਾਕ ਤਾਂ ਘੱਟੋ ਘੱਟ ਆਪਣੀ ਜ਼ਿੰਦਗੀ ਦਾ ਪਹਿਲਾ ਸਾਹ ਆਪਣਿਆਂ ਦੇ ਵਿਚਾਲੇ ਲਵੇ। ਸ਼ਾਇਦ ਇਸੇ ਕਰਕੇ ਉਹ ਤੁਰ ਪਈ ਨਾਸਿਕ ਤੋਂ ਮੱਧ ਪ੍ਰਦੇਸ਼ ਨੂੰ। ਪੇਟ 'ਚ ਪੁੱਠਾ ਲਟਕਦਾ ਬੱਚਾ ਤੇ ਟੁੱਟੀਆਂ ਚੱਪਲਾਂ ਪਾਈ ਤੁਰੇ ਜਾ ਰਹੇ ਮਾਂ ਦੇ ਪੈਰ। ਵਾਹ, ਸੋਹਣੇ ਭਾਰਤ ਦੀ ਕੈਸੀ ਤਸਵੀਰ। ਫਿਰ ਵੀ ਉਸ ਮਾਂ ਦੀ ਅੱਖਾਂ 'ਚ ਹੰਝੂ ਨਹੀਂ ਆਏ। ਉਹਦੇ ਸੀਨੇ 'ਚ ਧੜਕਦਾ ਪਿਆ ਧੜਕਣੋਂ ਨਹੀਂ ਹਟਿਆ ਪਿਆ ਸੀ। ਉਹਦੀਆਂ ਲੱਤਾਂ ਦੀ ਪਿੰਜਰੀਆਂ ਨੇ ਕਮਜ਼ੋਰੀ ਨਹੀਂ ਦਿਖਾਈ ਤੇ ਉਹ ਤੁਰਦੀ ਰਹੀ, ਤੁਰਦੀ ਰਹੀ ਆਪਣੇ ਦੇਸ਼ ਵੱਲ। ਪਰ ਬੱਚਾ ਤਾਂ ਬੱਚਾ ਹੈ ਭਾਜੀ। ਕਹਿੰਦੇ ਆ ਨਾ ਕਿ ਬੱਚੇ ਦੀ ਜ਼ਿੱਦ ਵੱਡਿਆਂ ਵੱਡਿਆਂ ਨੂੰ ਮੰਨਣੀ ਪੈਂਦੀ ਹੈ। ਬੱਚਾ ਇਸ ਦੁਨੀਆ ਤੇ ਆਉਣ ਲਈ ਕਾਹਲਾ ਪੈ ਗਿਆ। ਪੇਟ ਦੇ ਅੰਦਰ ਬੱਚੇ ਨੂੰ ਸ਼ਾਇਦ ਲੱਗਾ ਹੋਊਗਾ ਕਿ ਬਾਹਰਲੀ ਦੁਨੀਆ ਬਹੁਤ ਖੂਬਸੂਰਤ ਹੈ, ਇਸੇ ਲਈ ਬਾਹਰ ਆਉਣ ਲਈ ਕਾਹਲਾ ਪੈ ਗਿਆ। ਪਰ ਮਾਂ ਕੀ ਕਰਦੀ? ਅਜੇ ਸਿਰਫ 60 ਕਿਲੋਮੀਟਰ ਚੱਲੀ ਸੀ। 160 ਕਿਲੋਮੀਟਰ ਦਾ ਪਿੰਡ ਅਜੇ ਬਾਕੀ ਸੀ, ਪਰ ਬੱਚਾ ਕਾਹਲਾ ਪੈ ਗਿਆ। ਹੁਣ ਮਾਂ ਕੀ ਕਰੇ? ਸੁਨਸਾਨ ਸੜਕ ਦੇ ਕੰਢੇ ਮਾਂ ਨੇ ਪੀੜਾਂ ਸਹੀਆਂ। ਸੁਨਸਾਨ ਸੜਕ ਦੇ ਕੰਢੇ ਉਹਨੇ ਆਪਣਾ ਮਾਂ ਹੋਣ ਦਾ ਫਰਜ਼ ਨਿਭਾਇਆ। ਸੁਨਸਾਨ ਸੜਕ ਦੇ ਕੰਢੇ ਉਹਨੇ ਬੱਚਾ ਜਣਿਆ ਭਾਜੀ, ਉਹਨੇ ਬੱਚਾ ਜਣਿਆ। ਇਸ ਬੱਚੇ ਦਾ ਨਾਮ ਜਦੋਂ ਇਸ ਮਹਾਨ ਦੇਸ਼ ਦੇ ਕਾਗਜ਼ਾਂ ਅੰਦਰ ਦਰਜ ਹੋਵੇਗਾ ਤਾਂ ਉਹਨਾਂ ਕਾਗਜ਼ਾਂ ਦੇ ਵਿੱਚ ਇੱਕ ਕਾਲਮ ਚੀਖ ਚੀਖ ਕੇ ਸਵਾਲ ਕਰੇਗਾ ਕਿ ਇੱਥੇ ਕੀ ਭਰੋਗੇ? ਜਨਮ ਸਥਾਨ, ਬਰਥ ਪਲੇਸ। ਉਸ ਬੱਚੇ ਦਾ ਜਨਮ ਸਥਾਨ ਕੀ ਲਿਖਿਆ ਜਾਵੇਗਾ ਜੀ? जीटी रोड, सुनसान सड़क, जरनैली सड़क। राजा परदेश, इस विशाल देश तक कोई सूबा, कोई शहर, कोई पिंड, कोई गली, कोई बस्ती, कोई मोहल्ला उस बच्चे को नसीब नहीं होया जिन्होंने मां नाल कह सके कि यस दिस इज माय बर्थ प्लेस। ये है मेरा जन्म स्थान। है तो वो भी भारतवासी है भाजी, इसे देश का वासी है। जो बड़ा होएगा इन्हां सड़कों ते किते रोड़ी कुटरेगा, पार्टी बनैन पा के इत्थे किते लुक पांदा दिसेगा, पसीना बहाता होया इत्थे किते किते कईयां मारदा दिसेगा। ते जिस दिन उस बच्चे ने अपनी मां नूं यह सवाल पूछ लिया कि मां इन्हां सड़कों विचों वो किहड़ी सड़क है, सड़क का वो किहड़ा टोटा है जिथे मैं जन्म लिया सी, तो मां पागल हो जाएगी। वो सड़क की एक च कढ़िया मील पत्थर तो जरूर मारे। ये बच्चा कैसा सफर लिखवा के लिया, कैसा सफर। उस बच्चे ने जमण तो बाद भी मां आराम नहीं कर सकी, थोड़ी देर सौ नहीं सकी,
ਉਹਦੇ ਸਰਾੜੇ ਜਿਹੜਾ ਪੰਜੀਰੀ ਰੱਖੀ ਹੋਈ ਸੀ ਕਿ ਖਾ ਕੇ ਮੁੜ ਤਾਕਤ ਇਕੱਠੀ ਕਰਨੀ। ਸਿਰਫ 2 ਘੰਟੇ ਭਾਜੀ, ਸਿਰਫ 2 ਘੰਟੇ ਆਰਾਮ ਕਰਨ ਤੋਂ ਬਾਅਦ ਉਹ ਔਰਤ ਫਿਰ ਚੱਲ ਪਈ। रूम के फंबे वर्गा निक्का जिहा जवाक पुछड़ चुकी, ਉਹ औरत फिर तुर पई अपने देश ਵੱਲ ਨੂੰ। इस देश की बड़ी छाती च कोई दर्द होया? इस देश की बड़ी दाती च कोई छाती च कंडा चुभया? ना, नहीं चुभया भाजी, नहीं चुभया। तो सोहने शहर चंडीगढ़ की मीना कुमारी वो कड़ी भुल गई, पैदल चल पई सी। अजे यूपी के शहर रुड़की पहुंची सी कि जम्मन पीड़ा मूंह जोर हो गई, उत्थे बच्चा जमया तो पैदल चल पई। 270 किलोमीटर, 270 किलोमीटर पैदल चली नव जन्मे बच्चे को कुचड़ चुके। हिसाब ला लो भाजी, 270 किलोमीटर चलण दी उस औरत को किन्ने दिन ते किन्नियां रातां तुरना पिया होएगा। उस जवाक दी जम्मण कुट्टी कित्थे गई? उस जवाक दियां पतलियां बाहां ते लत्तां दी मालिश करने वाला तेल कित्थे चला गया? कल नूं वड्डा होके वो जवाक किसे धन कुबेर दा बूहा तोड़ के ओदे घरे डाका मारेगा तां असीं इल्जाम किहनूं देवांगे, सजा किहनूं देवांगे भाजी? ओदी मां नूं, ओदे पिओ नूं, ओनूं, अपने आप नूं, जां इस देश की 56 इंची छाती नूं? रंगकर्मी अजीब होंदे ने भाजी, अजीब होंदे ने। जदों रंगकर्मी का जन्म होंदा है ना, छाती तो शायद उन्होंने भी छोटी नहीं मिलती, पर कुदरत कुदरत उस छाती के अंदर जिहड़ा जिहड़ा दिल धरती है वो जमा जमा छोटा जिहा हुंदा, निक्के जिहे बलूंगड़े वर्गा, जमा जमा ही छोटा जिहा। दुख दर्द लागे तो भी लंघ रहा होवे तो उसदा दिल धड़कन लग पैंदा। मेरी वाइफ ने जदों तस्वीर देखी, जिस तस्वीर दे विच एक बच्चा सूटकेस के उत्ते बैठा हुआ ते ओदी मां सूटकेस घड़ीसी जा रही है, तो मेरी बीवी कभी उस बच्चे के चेहरे वालों देखी जाए, कभी मेरे चेहरे वालों देखी जाए, कभी अपने पेट से हाथ ला के देखे। मेरी वाइफ की अखां अंजू नाल भर गई भाजी, अंजू नाल। पर मैं अपनी वाइफ को समझाया, कमलिए ये अनकोल बच्चा है, हाले तो यह सूटकेस के ऊपर बैठा है, जब यह बड़ा होएगा तो इन्हें समझ आएगी कि इन सूटकेसां के अंदर उन्होंने की कुछ छुपा छुपा के लुका लुका के लोगों तो रखा होया, तो जिहड़ा बंब इहदे दिल के अंदर फटेगा तो उसका अंदाजा नहीं ला सकती। तो फिर जे किते यही बच्चा बड़ा होके सूटकेसां के ताले तोड़न लग पिया तो उसकी गिनती सराहन हमेशा लोगों के अंदर होएगी, ते असीं सारे एक सुर होके कहांगे, साले गंदी जानी दे कीड़े, हरामजादे किसे थां दे, साले ओ रब ने 2 पैर दित्ते ने, 2 लत्तां दित्तियां, 2 बाहां दित्तियां, मेहनत नहीं कर सकते, साले ओ डाके मार लो, चोरियां कर दियो, जो साले गंदे एटसेट्रा एटसेट्रा एटसेट्रा। गंदी नाली दे कोई याद नहीं रखेगा, कोई याद नहीं रखेगा कि गंदी नाली वाल जा रहा है कीड़ा, सूटकेस के उत्ते बैठा, जिधर जा रहा है उधर उन्होंने भेज कौन? कोई याद नहीं रखेगा इन गंदियां नालियां की निर्माणकारी किने की, कोई याद नहीं रखेगा इन गंदियां नालियां च जहरीला पानी कौन सुटता है, इन गंदियां नालियां च किते धुप ना आ जाए, कोई साफ हवा का बुला ना आ जाए, इसकी ब्योंतबंदी कौन करता है, इसका बंदोबस्त कौन करता है? कोई याद नहीं रखेगा। पहला गंदियां नालियां पैदा करो,
फिर इन्हां लोकां नूं गंदियां नालियां दे कीड़े बनाओ ते जिस दिन ये कीड़े इन्हां गंदियां नालियां विच रहण तो आकी हो जाण, थक जाण, अक जाण, बाहर निकलने तड़पण, जोर मारन, तां इन्हां नूं खत्म करन लई इन्हां दे उत्ते स्प्रे कर दिओ। गंदी नाली दे कीड़े ने, इन्हां नूं मर जाण दिओ। पर अजे अनभोल बच्चा रिलायंस के सूटकेस से बैठा झूटे लै रहा, इन्हूं झूटे लैण दिओ, इन्हूं नहीं पता। भाजी भोपाल दा राहुल तो याद है ना, याद है ना राहुल? राहुल की जायदाद की सी? ਉਹਦੇ दो बल्दां दे सहारे अपनी जिंदगी का निर्वाह कर रहा था। एक बल्द मर गया, उस बल्द की जगह अपने आप को जोड़ लिया गड्डे के थल्ले। एक पासे राहुल ते दूजे पासे बल्द गड्डा खिंची जा रहे हैं। राहुल दी अखां झुकियां हुई हैं, इस करके वो देख नहीं सकता कि दूजे पासे गऊ का जाया बल्द गड्डा खिंच रहा, वो परल परल अपनी अखां दे विचों अथरू बगा है। उस गऊ के जाए नूं यह समझ नहीं आती कि इस हिंदुस्तान दे विच जिथे गऊआं दी राखी हुंदी है, उथे इंसान की होनी इन्नी छोटी क्यों कर दी कि उसनूं जीवन लई बल्द बनना पएगा। जेकर वो बल्द बोल सकता हुंदा भाजी, तो अड़ाट पा पा के पुछदा कि गऊआं दी खातर लोकां दा लहू बहाना लहू, इंसान दा लहू तुहाडे लिए इन्ना सस्ता हो गया। ना गऊ सलामत, ना इंसान सलामत, ना दोवां दा बच्चा सलामत। ते मैं पागल रह गर्मी अपने बच्चे बारे सोच रहा, अपने बच्चे बारे जिहड़ा बच्चा अज दुनिया च आया ही नहीं, जिन्हें अज दुनिया च आना है। भाजी दुनिया च आना ही तो काफी नहीं ना होता, दुनिया च आने तो बाद साह लैण लई इंसान नूं थोड़ा जा अपने हिस्से का अंबर चाहिए, पैर धरन लई थोड़ी जी जमीन चाहिए। हैदराबाद के रामू नूं ना अंबर मिलिया, ना जमीन। 2 साल की बच्ची भाजी, 2 साल की बच्ची होगी ते अणजम्मे बच्चे नूं पेट च लई तुरी हुई उहदी नाल पत्नी, पल्ले कख भी नहीं, बांस जोड़े, लकड़ा बनिया, एक गड्डी बना ली। गड्डी च 3 जियां नूं बिठा लिया, 2 जिउंदे जागदे जी ते तीजा वो जी जिन्हें दुनिया च पालिया होना, ते गड्डी खिंचण लग पई। रामू गड्डी खिंची जा रहा, रामू की गड्डी चल रही है। तरक्की की रफ्तार तेज करने लई पब्बां भार होए इस सोहने भारत की सोहनी गड्डी की हिक ते जा रही है। यह गड्डी गुरबत की गड्डी, रामे की गड्डी। रामा गड्डी खिंच रहा, क्यों? क्योंकि उसने अपने परिवार की फिक्र है, वो इस परिवार का हैड है, वो अपने परिवार की जिम्मेवारी समझता कि मैं मुखी हाँ, मेरी जिम्मेवारी है, इस करके गड्डी खिंच रहा। भाजी वो करोड़ों लोगों को एक डब्बे च बंद करके एक परिवार बनाया जिन्हें, वो हैड किथे है? रामू ने नहीं पता क्यों हैड किथे है। रामू का गड्डी खिंच लगातार गड्डी खिंची जा रही 800 किलोमीटर 17 दिन, 800 किलोमीटर 17 दिन रामू गड्डी खिंचता है लगातार। 2 साल की बच्ची अपनी मां वालों देख रही है, मां रामे वालों देख रही है, वो खिंच हुंदे मोढियां वालों देख रही है। ते अणजम्मिया बच्चा सब कुछ सुन रहा, सब कुछ
ਥੱਕੇ ਹੋਏ ਕਦਮਾਂ ਦੀ ਆਵਾਜ਼, ਰਿਸ ਰਹੇ ਜ਼ਖਮਾਂ ਦੀ ਤੀਸ, ਕੜਕੜ ਕਰਦੀਆਂ ਹੱਡੀਆਂ ਦੀ ਚੂੰ ਚੂੰ, ਸਾਂ ਕਰਦੀ ਰਾਤ ਦਾ ਸन्नाटा, ਪਿੰਡਾਂ ਨੂੰ ਦੀ ਗਰਮ ਹਵਾ ਦੀ ਤਪਸ਼, ਭੁੱਖ ਨਾਲ ਬਿਲਕਦੀ ਉਹਦੀ ਵੱਡੀ ਭੈਣ, ਉਸ ਭੁੱਖ ਨਾਲ ਜੂਝ ਰਹੇ ਮਾਂ ਪਿਓ। ਬੱਚਾ ਸਭ ਸੁਣ ਰਿਹਾ ਹੈ, ਸਭ ਕੁਝ ਸੁਣ ਰਿਹਾ ਹੈ। ਕਹਿੰਦੇ ਨੇ ਜਦੋਂ ਅਭਿਮਨਿਊ ਆਪਣੀ ਮਾਂ ਦੇ ਪੇਟ ਵਿੱਚ ਸੀ ਤਾਂ ਮਾਂ ਕਹਾਣੀ ਸੁਣ ਰਹੀ ਸੀ, ਕਿਵੇਂ ਚੱਕਰਵਿਊਹ ਤੋੜੀਦਾ ਹੈ, ਕਿਵੇਂ ਉਹਦੇ ਅੰਦਰ ਜਾਈਦਾ ਹੈ, ਕਿਵੇਂ ਯੁੱਧ ਲੜੀਦਾ ਤੇ ਕਿਵੇਂ ਫਿਰ ਚੱਕਰਵਿਊਹ ਤੋਂ ਬਾਹਰ ਨਿਕਲੀਦਾ। ਅਭਿਮਨਿਊ ਸਭ ਕੁਝ ਸਿੱਖ ਰਿਹਾ ਸੀ ਕਿ ਮਾਂ ਨੂੰ ਨੀਂਦ ਆਵੇ, ਤੇ ਅਭਿਮਨਿਊ ਇਹ ਨਹੀਂ ਸਿੱਖ ਸਕਿਆ ਕਿ ਚੱਕਰਵਿਊਹ ਤੋਂ ਬਾਹਰ ਕਿੱਦਾਂ ਨਿਕਲੀਦਾ, ਤੇ ਯੁੱਧ ਲੜਦਾ ਮਾਰਿਆ ਗਿਆ। ਪਰ ਇਹ ਮਾਂ ਜੇ ਚਾਹੇ ਵੀ ਤਾਂ ਸੌ ਨਹੀਂ ਸਕਦੀ, ਨਹੀਂ ਸੌ ਸਕਦੀ ਮਾਂ, ਕਿਉਂਕਿ ਇਹ ਜਾਣਦੀ ਹੈ, ਇਹਨੂੰ ਪਤਾ ਹੈ ਕਿ ਰੇਲ ਦੀ ਪਟੜੀ ਤੇ ਕਿਵੇਂ ਨੀਂਦ ਮੌਤ ਬਣ ਗਈ ਸੀ ਤੇ ਗਠੜੀ 'ਚ ਬੰਨੀਆਂ ਸੁੱਕੀਆਂ ਰੋਟੀਆਂ ਲਹੂ ਨਾਲ ਚੋਪੜੀਆਂ ਗਈਆਂ ਸੀ। ਇਹ ਮਾਂ ਸੌ ਨਹੀਂ ਸਕਦੀ। ਇਸ ਮਾਂ ਦੇ ਪੇਟ ਵਿੱਚ ਜਿਹੜਾ ਅਭਿਮਨਿਊ ਪਲ ਰਿਹਾ, ਉਸ ਅਭਿਮਨਿਊ ਦੇ ਵਾਸਤੇ ਚੱਕਰਵਿਊਹ ਤਾਂ ਬਹੁਤ ਜ਼ਿਆਦਾ ਡਾਢਾ ਹੈ। ਇਸ ਅਭਿਮਨਿਊ ਨੂੰ ਤਾਂ ਬਹੁਤ ਸਾਰੇ ਯੁੱਧ ਲੜਨੇ ਪੈਣੇ ਨੇ, ਬਹੁਤ ਸਾਰੇ ਯੁੱਧ। ਜੇ ਇਹ ਭੁੱਖ ਦਾ ਯੁੱਧ ਲੜ ਗਿਆ ਔਰ ਜਿੱਤ ਗਿਆ, ਜੇ ਮਦਹਾਲੀ ਦਾ ਯੁੱਧ ਜਿੱਤ ਗਿਆ, ਜੇ ਆਪਣੀ ਹੋਂਦ ਦਾ ਯੁੱਧ ਜਿੱਤ ਗਿਆ, ਤਾਂ ਯਾਦ ਰੱਖਣਾ ਭਾਜੀ, ਇਹ ਅਭਿਮਨਿਊ ਸਾਰੇ ਚੱਕਰਵਿਊਹ ਤੋੜ ਸੁੱਟੇਗਾ। ਯਾਦ ਰੱਖਣਾ, ਤੈਨੂੰ ਚਾਹੇ 800 ਕਿਲੋਮੀਟਰ ਪੈਦਲ ਚੱਲਣਾ ਪਵੇ, ਤੈਨੂੰ 18,000 ਕਿਲੋਮੀਟਰ ਵੀ ਪੈਦਲ ਚੱਲਣਾ ਪਵੇ, ਤੂੰ ਸੋਈ ਨਾ ਰਾਮੇ ਦੀ ਸਾਥਣੇ, ਤੂੰ ਸੋਈ ਨਾ ਇਸ ਅਭਿਮਨਿਊ ਦੀ ਮਾਏ। ਤੇਰੇ ਇਸ ਅਭਿਮਨਿਊ ਨੇ ਇਤਿਹਾਸ ਦਾ ਪਾਸਾ ਪਲਟਣਾ ਹੈ। ਤੂੰ ਜਾਗਦੀ ਰਹੀ, ਤੂੰ ਜਾਗਦੀ ਰਹੀ। ਪਾਗਲ ਹੁੰਦੇ ਨੇ ਨਿਰੰਕਰਮੀ, ਸੱਚੀ ਪਾਗਲ ਹੁੰਦੇ ਨੇ। ਸਾਰੀ ਦੁਨੀਆ ਦਾ ਦਰਦ ਆਪਣੇ ਅੰਦਰ ਸਮੇਟਣ ਦੀ ਕੋਸ਼ਿਸ਼ ਕਰਦੇ ਨੇ। ਗੱਲ ਸ਼ੁਰੂ ਕੀਤੀ ਸੀ ਆਪਣੇ ਬੱਚੇ ਦੀ, ਤੇ ਲੈ ਬੈਠਾ ਹੋਰਾਂ ਦੇ ਬੱਚਿਆਂ ਦੇ ਮਾਵਾਂ ਦੇ ਦਰਦ। ਸ਼ਾਇਦ ਅਸੀਂ ਨਿਰੰਕਰਮੀ ਇਹੋ ਜਿਹੇ ਹੁੰਦੇ ਹਾਂ। ਸਾਰੀ ਦੁਨੀਆ ਦਾ ਦਰਦ ਸਾਨੂੰ ਆਪਣਾ ਲੱਗਦਾ ਹੈ। ਸਾਡਾ ਦਿਲ ਕਰਦਾ ਅਸੀਂ ਉਸ ਦਰਦ ਨੂੰ ਬੋਲ ਦੇਈਏ, ਫਿਰ ਉਸ ਦਰਦ ਨੂੰ ਮੰਚ ਤੇ ਲੈ ਕੇ ਜਾਈਏ। ਪਰ ਆਪਣਾ ਦਰਦ ਨਾ, ਆਪਣਾ ਦਰਦ ਕਿਤੇ ਅੰਦਰ ਹੀ ਛੁਪਾ ਕੇ ਰੱਖੀਏ, ਉਹਨੂੰ ਬਾਹਰ ਨਹੀਂ ਕੱਢਣਾ। ਕਹਿੰਦੇ ਨੇ ਨਾ, ਮਰਾਸੀ ਲੋਕਾਂ ਨੂੰ ਹਸਾਉਂਦਾ ਪਰ ਖੁਦ ਨਹੀਂ ਹੱਸਦਾ। ਨਿਰੰਕਰਮੀ ਵੀ ਐਵੇਂ ਹੀ ਹੈ। ਨਿਰੰਕਰਮੀ ਲੋਕਾਂ ਦੇ ਦਰਦ ਪੇਸ਼ ਕਰਦਾ, ਮੰਚ ਤੋਂ ਰੋ ਸਕਦਾ, ਪੁੱਪਾ ਮਾਰ ਸਕਦਾ, ਦੁਹੱਥੜਾ ਮਾਰ ਸਕਦਾ, ਕੀਰਨੇ ਪਾ ਸਕਦਾ, ਸੱਚੀ ਦੇ ਹੰਝੂ ਬਹਾ ਸਕਦਾ। ਲੋਕੀ ਵਾਹ ਵਾਹ ਕਰਦੇ ਨੇ, ਦੇਖੋ ਕਿੰਨੀ ਵਧੀਆ ਅਦਾਕਾਰੀ ਕਰ ਰਿਹਾ। ਦੇਖੀ ਐ ਲੱਗਦਾ ਜਿੱਦਾਂ ਸੱਚੀ ਹੰਝੂ ਬਹਾ ਰਿਹਾ ਹੋਵੇ, ਐ ਲੱਗਦਾ ਜਿਵੇਂ ਸੱਚੀ ਇਹਦੀ ਮਾਂ ਮਰ ਗਈ ਹੋਵੇ। ਦੇਖੋ ਕਿੰਨੀ ਸੱਚੀ ਅਦਾਕਾਰੀ ਕਰ ਰਿਹਾ, ਕਿੰਨੀ ਰੀਅਲ। ਪਰ ਜੇ ਕਿਤੇ ਭੁੱਲ ਕੇ ਵੀ ਕੋਈ ਅਦਾਕਾਰ, ਕੋਈ ਨਿਰੰਕਰਮੀ ਆਪਣੇ ਦੁੱਖ, ਆਪਣੀਆਂ ਤਕਲੀਫਾਂ, ਆਪਣੀਆਂ ਸ਼ਿਕਾਇਤਾਂ, ਆਪਣੇ ਹੱਕਾਂ ਦੀ ਗੱਲ ਕਰੇ ਤਾਂ ਉਸਨੂੰ ਕਹਿੰਦੇ ਨਾ, ਚੁੱਪ ਨਾ, ਇਹ ਕੰਮ ਤੂੰ ਨਹੀਂ ਕਰਨਾ। ਤੂੰ ਬਹਾਦਰ ਯੋਧਾ ਹੈ ਨਾ, ਤੂੰ ਨਹੀਂ ਕਰਨੀ ਇਹ ਗੱਲਾਂ, ਤੂੰ ਨਹੀਂ ਕਰਨੀ, ਤੂੰ ਨਹੀਂ ਕਰਨੀ। ਭਾਜੀ, ਰਾਤਾਂ ਨੂੰ ਜਦੋਂ ਸੁੰਨਸਾਨ ਹੋ ਜਾਂਦੀ ਹੈ ਨਾ, ਜਦੋਂ ਸਾਰੇ ਲੋਕੀ ਸੌ ਜਾਂਦੇ ਆ, ਮੇਰੀ ਬੀਵੀ ਮੇਰਾ ਹੱਥ ਫੜ ਕੇ ਆਪਣੇ ਪੇਟ ਤੇ ਰੱਖ ਲੈਂਦੀ ਹੈ ਤੇ ਉਹਨੂੰ ਪੁੱਛਦੀ ਹੈ, ਦੇਖੋ ਤੁਹਾਨੂੰ ਮਹਿਸੂਸ ਹੋ ਰਿਹਾ? ਮੈਨੂੰ ਪਤਾ ਦੁੱਧ ਖਤਮ ਹੋਇਆ ਹੋਇਆ, ਮੈਂ ਸਵੇਰੇ ਦੁੱਧ ਲੈ ਆਊਂਗਾ। ਨਹੀਂ, ਤੁਹਾਨੂੰ ਕੁਝ ਵੀ ਮਹਿਸੂਸ ਨਹੀਂ ਹੋ ਰਿਹਾ ਕਿ ਅੰਦਰ ਕੀ ਹਲਚਲ ਹੋ ਰਹੀ ਹੈ? ਹਾਂ, ਮੈਂ ਕੱਲ ਪੱਕਾ ਫਰੂਟ ਲੈ ਕੇ ਆਵਾਂਗਾ। ਮੈਨੂੰ ਯਾਦ ਹੈ, ਤੁਸੀਂ ਹੱਥ ਲਾ ਕੇ ਦੇਖੋ ਤਾਂ ਸਹੀ, ਬੱਚਾ ਅੰਦਰ ਲੱਤਾਂ ਮਾਰ ਰਿਹਾ। ਮੈਨੂੰ ਯਾਦ ਹੈ, ਮੈਂ ਕੱਲ ਅਨਾਰ
ਅਨਾਰ ਸੇਬ ਤੇ ਹੋਰ ਵਧੀਆ ਫਰੂਟ ਲੈ ਕੇ ਆਉਂਗਾ। ਕੱਲੇ ਕੇਲੇ ਹਰ ਰੋਜ਼ ਤਰ੍ਹਾਂ ਨਹੀਂ ਲੈ ਕੇ ਆਉਂਗਾ। ਨਹੀਂ, ਗੱਲ ਸੁਣੋ, ਦੇਖੋ ਬੱਚਾ ਖੱਬੇ ਪਾਸੇ ਨੂੰ ਸਰਕ ਗਿਆ। ਨਹੀਂ ਤੂੰ ਚਿੰਤਾ ਨਾ ਕਰੀ, ਮੈਂ ਸਭ ਸੰਭਾਲ ਲਾਂਗਾ, ਮੈਂ ਹੈਗਾ, ਤੂੰ ਬਸ ਚਿੰਤਾ ਨਾ ਕਰੀ। ਮੇਰੀ ਗੱਲ ਸੁਣੋ, ਤੁਹਾਨੂੰ ਮੁੰਡਾ ਚਾਹੀਦਾ ਜਾਂ ਕੁੜੀ? ਦੇਖ ਅਸੀਂ ਗੱਲ ਤੋਰੀ ਹੋਈ ਹੈ, ਅਸੀਂ ਉੱਪਰ ਤੱਕ ਗੱਲ ਲੈ ਕੇ ਜਾਵਾਂਗੇ, ਅਸੀਂ ਸਾਰੇ ਇਕੱਠੇ ਹੋ ਗਏ ਹਾਂ, ਅਸੀਂ ਕਰ ਲਾਂਗੇ ਕੁਛ ਨਾ ਕੁਛ, ਤੂੰ ਘਾਬਰ ਨਾ। ਮੇਰੀ ਗੱਲ ਸੁਣੋ, ਮੇਰੇ ਪੇਟ ਤੋਂ ਹੱਥ ਨਾ ਚੁੱਕੋ, ਮੈਨੂੰ ਦੱਸੋ ਜੇ ਮੁੰਡਾ ਹੋਇਆ ਤਾਂ ਨਾਂ ਕੀ ਰੱਖਣਾ, ਜੇ ਕੁੜੀ ਹੋਈ ਤਾਂ ਨਾਂ ਕੀ ਰੱਖੋਗੇ? ਤੁਸੀਂ ਸੋਚਿਆ ਕਦੀ? ਨਹੀਂ ਤੂੰ ਘਬਰਾ ਨਾ, ਅਸੀਂ ਆਵਾਜ਼ ਉਠਾ ਰਹੇ ਹਾਂ ਸਾਰੇ ਜਣੇ, ਪਰ ਮੇਰੀ ਗੱਲ ਸੁਣ, ਜੇ ਉਹਨਾਂ ਨੇ ਸਾਡੀ ਆਵਾਜ਼ ਨਾ ਸੁਣੀ, ਜੇ ਸਾਡੇ ਹੱਕਾਂ ਨੂੰ ਅਣਗੌਲਿਆ ਕੀਤਾ, ਜੇ ਕਿਸੇ ਨੇ ਸਾਡੀ ਪਰਵਾਹ ਨਾ ਕੀਤੀ, ਤਾਂ ਕੱਲ ਨੂੰ ਮੈਂ ਦੇਖੀ ਤੂੰ ਜੇ ਕੋਈ ਚਿੱਟ ਕਪੜੀਆ ਕਿਸੇ ਸਟੇਜ ਤੇ ਚੜ੍ਹ ਕੇ ਇਸ ਤਰ੍ਹਾਂ ਦਾ ਲੈਕਚਰ ਦਿੰਦਾ ਮੈਂ ਦੇਖ ਲਿਆ ਨਾ ਕਿ ਕਲਾਕਾਰ ਸਮਾਜ ਦੇ ਪਹਿਰੇਦਾਰ ਹੁੰਦੇ ਨੇ, ਰੰਗਕਰਮੀ ਸਮਾਜ ਦਾ ਆਈਨਾ ਹੁੰਦੇ ਨੇ, ਰੰਗਕਰਮੀ ਸਮਾਜ ਦੇ ਪਹਿਰੇਦਾਰ ਹੁੰਦੇ ਨੇ, ਰੰਗਕਰਮੀ ਕੌਮ ਦੇ ਉਸਰਾਈਏ ਹੁੰਦੇ ਨੇ, ਇਹ ਕੌਮ ਨੂੰ ਅਗਵਾਈ ਦਿੰਦੇ ਨੇ, ਇਹ ਰੋਸ਼ਨੀ ਦਿੰਦੇ ਨੇ, ਇਹ ਪਥ ਪ੍ਰਦਰਸ਼ਕ ਹੁੰਦੇ ਨੇ, ਇਹ ਸਾਡੀ ਕੌਮ ਨੂੰ ਅੱਗੇ ਲੈ ਕੇ ਜਾਂਦੇ ਨੇ। ਇਹਨਾਂ ਦੇ ਪੈਰੀ ਪੈਣਾ ਚਾਹੀਦਾ, ਇਹਨਾਂ ਨੂੰ ਪ੍ਰਣਾਮ ਕਰਨਾ ਚਾਹੀਦਾ, ਰੰਗਕਰਮੀ ਨੂੰ ਸਲੂਟ ਕਰਨ ਨੂੰ ਦਿਲ ਕਰਦਾ। ਜੇ ਇਸ ਤਰ੍ਹਾਂ ਦੀ ਕੋਈ ਗੱਲ ਕਿਸੇ ਚਿੱਟ ਕਪੜੀਏ ਨੇ ਕਿਸੇ ਸਟੇਜ ਤੋਂ ਕਹੀ ਤਾਂ ਮੈਂ ਆਪਣੀ ਚੱਪਲ ਖੋਲ ਕੇ ਨਾ ਉਹਦੇ ਮੂੰਹ ਤੇ ਮਾਰਾਂਗਾ, ਮੂੰਹ ਤੇ ਮਾਰਾਂਗਾ, ਮੂੰਹ ਤੇ ਮਾਰਾਂਗਾ। ਗੱਲ ਸੁਣੋ, ਚੀਕੋ ਨਾ, ਦੇਖੋ ਬੱਚਾ ਸ਼ਾਂਤ ਹੋ ਗਿਆ, ਤੁਸੀਂ ਵੀ ਸ਼ਾਂਤ ਹੋ ਜਾਓ, ਰੌਲਾ ਨਾ ਪਾਓ, ਕੰਟਰੋਲ ਕਰੋ। ਸਾਡਾ ਬੱਚਾ ਸ਼ਾਂਤ ਹੋ ਗਿਆ, ਤੁਸੀਂ ਵੀ ਸ਼ਾਂਤ ਹੋ ਜਾਓ, ਸ਼ਾਂਤ ਹੋ। ਹਾਂ, मैं कंट्रोल करूँगा, मैं कंट्रोल करूँगा, शांत हो जाऊँगा, तू चिंता ना कर। साडा रंगकर्मियों का बच्चा जो पैदा होएगा ना, तो मैं उन्होंने जम्मन कुट्टी देने वाले ਉਹਦੇ ਕੰਨ 'ਚ ਫੂਕ ਮਾਰ ਕੇ ਉਹਨੂੰ ਦੱਸ ਦਿਆਂਗਾ, ਬੱਚੇ ਜਦੋਂ ਸਾਡਾ ਮੁਲਕ ਆਜ਼ਾਦ ਹੋਇਆ ਸੀ ਤਾਂ ਇਸ ਦੇ ਦੋ ਟੋਟੇ ਹੋਏ ਸੀ, ਭਾਰਤ ਤੇ ਪਾਕਿਸਤਾਨ। ਉਸ ਤੋਂ ਬਾਅਦ ਇਸ ਭਾਰਤ ਦੇ ਵੀ ਦੋ ਟੋਟੇ ਹੋ ਗਏ। ਇੱਕ ਟੋਟਾ ਇੰਡੀਆ ਵਾਲਿਆਂ ਨੇ ਸੰਭਾਲ ਲਿਆ, ਇੱਕ ਟੋਟਾ ਗਰੀਬ ਭਾਰਤ ਵਾਸੀਆਂ ਦਾ। ਤੂੰ ਯਾਦ ਰੱਖੀ, ਤੂੰ ਇੰਡੀਆ ਦਾ ਸਿਟੀਜ਼ਨ ਨਹੀਂ ਹੈ, तू भारतवासी है। तगड़ा होके रही, तगड़ा होके बाहर आई, तगड़ा होके बाहर आई, तगड़ा होके मेरे बच्चे। भाजी चिड़ी एक बारी फिर खिड़की ते आ बैठी है। मेरे अध्यापक मैनू जिंदगी का सबक सिखाने वाली चिड़ी। चिड़िए हाँ, आजा आजा आजा, मेरे को आजा। हाँ, पापा को लाई है। हाँ, ਆਪਾਂ ਉੱਡਣਾ ਹੈ, ਆਪਾਂ ਉੱਡਣਾ ਹੈ। ਹਾਂ ਆਪਾਂ ਉੱਡਣਾ ਹੈ, ਆਪਾਂ ਉੱਡਾਂਗੇ। ਅੱਛਾ ਤੂੰ ਹੁਣ ਇੱਥੇ ਬੈਠ, ਪਾਪਾ ਦੁੱਧ ਲੈਣ ਜਾਣਗੇ, ਪਾਪਾ ਦੁੱਧ ਲੈ ਕੇ ਆਉਣਗੇ, ਬ੍ਰੈਡ ਲੈ ਕੇ ਆਉਣਗੇ, ਤੂੰ ਇੱਥੇ ਬੈਠ, ਆਪਾਂ ਉੱਡਣਾ ਹੈ ਬੱਚੇ,
ਝੂਠ